ਗੁਰ ਕਿਰਪਾ ਦੁਆਰਾ ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜਿਵੇਂ ਆਪਾਂ ਨੇ ਕੱਲ ਰਲ ਮਿਲ ਕੇ ਸਾਹਿਬ ਦੇ ਬਚਨ ਦੀ ਵਿਆਖਿਆ ਕੀਤੀ, ਵਿਚਾਰ ਕੀਤੀ। ਗੁਰ ਈਸਰ, ਗੁਰ ਗੋਰਖ, ਬ੍ਰਹਮਾ ਗੁਰ, ਪਾਰਬਤੀ ਮਾਈ। ਉਸ ਤੋਂ ਅੱਗੇ ਜਿਹੜਾ ਬਚਨ ਹੈ ਸਾਹਿਬ ਦਾ, ਜੇ ਹੋਂ ਜਾਣਾ ਆਖਾ ਨਾਹੀਂ, ਕਹਿਣਾ ਕਥਨ ਨਾ ਜਾਈ। ਹੁਣ ਇਸ ਬਚਨ ਦੇ ਅੰਦਰ ਪਾਤਸ਼ਾਹ ਆਪਣੀ ਵੀ ਗੱਲ ਦੱਸਦੇ ਹੈ ਕਿ ਗੱਲ ਠੀਕ ਹੈ ਕਿ ਈਸ਼ਰ, ਗੋਰਖ, ਬ੍ਰਹਮਾ ਵੀ ਗੁਰਮਤਿ ਨੂੰ ਲੋਚਦੇ ਹੈ। ਭਾਵ ਕਿ ਹਰ ਇੱਕ ਦੇ ਅੰਦਰ ਇੱਛਾ ਤਾਂ ਹੁੰਦੀ ਹੋਈ ਹੈ, ਚਾਹੇ ਉਹ ਕੋਈ ਸੰਸਾਰੀ ਤੌਰ ਤੇ ਨਾਸਤਿਕ ਹੈ, ਚਾਹੇ ਕੋਈ ਆਸਤਿਕ ਹੈ। ਰੱਬ ਬਾਰੇ ਜ਼ਰੂਰ ਜਾਣਨਾ ਚਾਹੁੰਦਾ ਹੈ। ਜਿਹੋ ਜੀ ਸਮਾਜ ਦੇ ਅੰਦਰੋਂ ਸੋਝੀ ਮਿਲਦੀ ਹੈ, ਉਸ ਦੇ ਉੱਪਰ ਹੀ ਉਹ ਦ੍ਰਿੜਤਾ ਕਰ ਲੈਂਦਾ ਹੈ। ਸੋ ਹਰ ਇੱਕ ਦੇ ਅੰਦਰ ਇਹ ਇੱਛਾ ਜ਼ਰੂਰ ਹੈ। ਸੋ ਈਸ਼ਰ ਹੋਵੇ, ਚਾਹੇ ਗੋਰਖ ਹੋਵੇ, ਚਾਹੇ ਬ੍ਰਹਮਾ, ਇਹ ਵੀ ਗੁਰਮਤਿ ਨੂੰ ਲੋਚਦੇ ਹਨ। ਉੱਥੇ ਜਿਨ੍ਹਾਂ ਨੂੰ ਗੁਰਮਤਿ ਪ੍ਰਾਪਤ ਹੈ, ਭਾਵ ਕਿ ਜਿਨ੍ਹਾਂ ਦੇ ਅੰਦਰ ਸ਼ਬਦ ਦੀ ਕਰਾਮਾਤ ਵਰਤਦੀ ਹੈ, ਉਹਨਾਂ ਦੀ ਇੱਕ ਪਰਮੇਸ਼ਰ ਨੂੰ ਕਥਨ ਕਰਨ ਦੀ ਵੀ ਬੇਵਸੀ ਹੈ। ਭਾਵ ਕਿ ਜਿਨ੍ਹਾਂ ਨੇ ਉਸ ਇੱਕ ਨੂੰ ਜਾਣ ਵੀ ਲਿਆ ਕਿ ਇੱਕ ਕੀ ਹੈ, ਉਹਨਾਂ ਨੂੰ ਵੀ ਦੱਸਣ ਦੇ ਵਿੱਚ ਮੁਸ਼ਕਲ ਆਈ ਹੈ। ਇਸੇ ਕਰਕੇ ਪਾਤਸ਼ਾਹ ਕਹਿੰਦੇ ਆ ਵੀ ਆਖਣਾ ਔਖਾ ਸੱਚਾ ਨਾਉ, ਵੀ ਬੜਾ ਔਖਾ ਹੈ, ਕਿਉਂਕਿ ਉਹਦੇ ਨਾਲ ਦੀ ਕੋਈ ਇਸ ਧਰਤੀ ਦੇ ਉੱਪਰ ਬਾਹਰੀ ਤੌਰ ਤੇ ਮਿਸਾਲ ਵੀ ਨਹੀਂ ਹੈ ਵੀ ਉਹ ਇਹੋ ਜਿਹਾ ਹੈ। ਅੰਤਰੀਵ ਭਾਵਨਾ ਜਿਹੜੀ ਅੰਤਰਾਤਮਾ ਹੈ, ਉਹਦੇ ਬਾਰੇ ਵੀ ਕੋਈ ਖਾਸ ਐਡਾ ਵਿਖਿਆਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਅਸੀਂ ਜਿਹੜੇ ਲੋਕ ਹਾਂ, ਅਸੀਂ ਦੇਖਣ ਨੂੰ ਸਹੀ ਮੰਨਦੇ ਹਾਂ ਵੀ ਜੋ ਸਾਨੂੰ ਦੀਂਦਾ ਉਹੀ ਸਹੀ ਹੈ। ਵੀ ਜਿਹੜੇ ਦਿਸਦੀ ਹੋਈ ਚੀਜ਼ ਉਹਦੇ ਬਾਰੇ ਤਾਂ ਫਿਰ ਤੁਹਾਡੇ ਕਿਆਫੇ ਨੇ, ਉਹ ਤੇ ਮਨ ਪੂਰਾ ਤਰ੍ਹਾਂ ਮੰਨਦਾ ਨਹੀਂ। ਇਸੇ ਤਰ੍ਹਾਂ ਹੀ ਬ੍ਰਹਮ ਦੀ ਜਿਹੜੀ ਸੋਝੀ ਆ, ਉਹ ਵੀ ਕਿਸੇ ਬਿਰਲੇ ਨੂੰ ਹੀ ਹੁੰਦੀ ਹੈ, ਕਿਉਂਕਿ ਹਰ ਕੋਈ ਮੰਨਦਾ ਨਹੀਂ। ਜਿੰਨਾ ਚਿਰ ਮਨ ਹੀ ਨਹੀਂ ਮੰਨਦਾ, ਉਨਾ ਚਿਰ ਖੇਡ ਨਹੀਂ ਬਣਦੀ। ਮਨ ਨੂੰ ਮਨਾਉਣਾ ਪੈਂਦਾ ਹੈ। ਜਿੰਨਾ ਚਿਰ ਸਵੈਮ ਦਾ ਮਨ ਮੰਨੇ, ਫਿਰ ਕਿਤੇ ਮਾੜਾ ਮੋਟਾ ਪਰਮਾਰਥ ਬਾਰੇ ਪਤਾ ਲੱਗਦਾ ਹੈ। ਸੋ ਜਿਨ੍ਹਾਂ ਦਾ ਮਨ ਮੰਨ ਜਾਂਦਾ, ਉਹ ਇੱਕ ਨੂੰ ਬੁੱਝ ਲੈਂਦੇ ਆ, ਉਸ ਬੁਝਾਰਤ ਨੂੰ ਹੱਲ ਕਰ ਲੈਂਦੇ ਆ। ਫਿਰ ਉਹਨਾਂ ਦੇ ਅੰਦਰ ਤਰਸ ਹੁੰਦਾ ਵੀ ਅਸੀਂ ਦੂਜਿਆਂ ਨੂੰ ਵੀ ਸਮਝਾਈਏ। ਜਦੋਂ ਦੂਸਰਿਆਂ ਨੂੰ ਸਮਝਾਉਂਦੇ ਆ, ਇੱਕ ਬਾਰੇ ਦੱਸਦੇ ਆ ਵੀ ਇੱਕ ਆ ਏ, ਤਾਂ ਉਹਨਾਂ ਨੂੰ ਸਮਝਣਾ ਵੀ ਬੜਾ ਮੁਸ਼ਕਲ ਹੋ ਜਾਂਦਾ, ਕਿਉਂਕਿ ਉਹਨਾਂ ਨੇ ਪਹਿਲਾਂ ਇੱਕ ਕਿਸੇ ਹੋਰ ਨੂੰ ਮੰਨਿਆ ਹੁੰਦਾ। ਉਹਨਾਂ ਨੇ ਆਪਣੀ ਸ਼ਰਧਾ ਭਾਵਨਾ ਦੇ ਮੁਤਾਬਕ ਮੰਨਿਆ ਹੁੰਦਾ, ਤੇ ਜਿਹਨੇ ਇੱਕ ਨੂੰ ਜਾਣਿਆ ਹੁੰਦਾ ਉਹਨੂੰ ਇੱਕ ਕਹਿੰਦਾ ਵੀ ਆਏ ਦੱਸ। ਦੋਨਾਂ ਦੀ ਟਕਰਾਅ ਹੋ ਜਾਂਦਾ ਹੈ। ਇਸੇ ਕਰਕੇ ਪਾਤਸ਼ਾਹ ਬਾ ਗੁਰਬਾਣੀ ਕਹਿ ਰਹੀ ਹੈ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਹੋਇਆ। ਇਹ ਮਸਲਾ ਹੱਲ ਨਹੀਂ ਹੁੰਦਾ। ਸੋ ਉਹਨਾਂ ਨੇ ਬੜੀਆਂ ਮਿਸਾਲਾਂ ਵੀ ਦਿੱਤੀਆਂ ਪਾਤਸ਼ਾਹ ਨੇ, ਜਿਵੇਂ ਪਾਤਸ਼ਾਹ ਹੁਣ ਇੱਥੇ ਹੀ ਕਹਿੰਦੇ ਆ, ਜੇ ਹੋਂ ਜਾਣਾ ਆਖਾ ਨਾਹੀਂ। ਕਹਿੰਦੇ ਜੇ ਮੈਂ ਜਾਣ ਵੀ ਲਿਆ ਤਾਂ ਆਖਾ ਨਾਹੀਂ, ਮੇਰੇ ਤੋਂ ਆਖਿਆ ਵੀ ਨਹੀਂ ਜਾ ਸਕਦਾ। ਬਸ ਇੰਨਾ ਹੀ ਹੈ ਕਿ ਮਾਇਆ ਦੇ ਵਿੱਚੋਂ ਪ੍ਰਮਾਣ ਜ਼ਰੂਰ ਦੇ ਦੂੰਗਾ। ਉਹਨਾਂ ਪ੍ਰਮਾਣਾਂ ਦੇ ਅਨੁਸਾਰ ਤਾਂ ਮੈਂ ਤੁਹਾਨੂੰ ਸਮਝਾ ਸਕਦਾ ਵੀ ਇਸ ਤਰ੍ਹਾਂ ਦਾ, ਪਰ ਉਹ ਜਿਹੜਾ ਪ੍ਰਮਾਣ ਦਿੱਤਾ ਜਾਊਗਾ, ਉਹ ਪ੍ਰਮਾਣ ਵੀ 100% ਠੀਕ ਨਹੀਂ ਹੈ। ਜਿਵੇਂ ਪਾਤਸ਼ਾਹ ਨੇ ਕਹਿਤਾ ਪਵਨ ਗੁਰੂ। ਹੁਣ ਪਵਨ ਹੈ ਜਿਹੜੀ ਹਵਾ ਦੇ ਸਮਾਨ, ਉਹਨੂੰ ਗੁਰੂ ਨੂੰ ਮੰਨ ਲਿਆ, ਪਰ ਪਰਮੇਸ਼ਰ ਦਾ ਜਿਹੜਾ ਹੁਕਮ ਹੈ ਉਹ ਹਵਾ ਦੇ ਸਮਾਨ ਤਾਂ ਹੈ ਨਹੀਂਗਾ। ਹਵਾ ਤਾਂ ਫਿਰ ਵੀ ਮਾਇਆ ਦਾ ਰੂਪ ਹੈ, ਉਹ ਤਾਂ ਮਾਇਆ ਦਾ ਰੂਪ ਹੈ ਨਹੀਂਗਾ। ਪਰ ਸਮਝਾਉਣ ਲਈ ਦਿੱਤਾ ਵੀ ਜਿਸ ਤਰ੍ਹਾਂ ਇੱਥੇ ਮਾਇਆ ਹੈ, ਹਵਾ ਹੈ, ਉਹ ਸਭ ਨੂੰ ਲੱਗਦੀ ਹੈ,
ਚਾਹੇ ਕੋਈ ਸੰਸਾਰੀ ਤੌਰ ਤੇ ਗੁਰਮੁਖ ਹੈ, ਚਾਹੇ ਸੰਸਾਰੀ ਤੌਰ ਤੇ ਕੋਈ ਮਨਮੁਖ ਹੈ। ਹਵਾ ਸਭ ਨੂੰ ਸਪਰਸ਼ ਕਰਦੀ ਆ, ਹਵਾ ਸਭ ਦੇ ਅੰਦਰ ਸਵਾਸ ਦਾ ਕੰਮ ਵੀ ਕਰਦੀ ਹੈ। ਇਸੇ ਤਰ੍ਹਾਂ ਜਿਹੜਾ ਹੁਕਮ ਆ ਉਹ ਸਭ ਦੇ ਹਿਰਦਿਆਂ 'ਚ ਚੱਲਦਾ ਹੈ। ਹਵਾ ਮਹਿਸੂਸ ਹੁੰਦੀ ਹੈ, ਦਿਸਦੀ ਤਾਂ ਹੈ ਨਹੀਂ ਗੀ। ਚਾਹੇ ਤੁਸੀਂ ਹਵਾ ਨੂੰ ਕਿਸੇ ਚੀਜ਼ 'ਚ ਬੰਦ ਵੀ ਕਰ ਲਓ ਤਾਂ ਵੀ ਦਿਸਦੀ ਨਹੀਂ ਹੈ, ਮਹਿਸੂਸ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੁਕਮ ਹੈ ਜਿਹੜਾ ਸੁਰਤ ਮਹਿਸੂਸ ਕਰਦੀ ਹੈ। ਪਰ ਮਾਇਆ ਫਿਰ ਵੀ, ਹਵਾ ਫਿਰ ਵੀ ਮਾਇਆ ਹੀ ਹੈ। ਗੁਰੂ ਬਾਰੇ ਫਿਰ ਵੀ ਪੂਰਾ ਨਹੀਂ ਦੱਸਿਆ ਜਾ ਰਿਹਾ। ਸੋ ਸਮਝਣਾ ਹੀ ਪੈਂਦਾ ਹੈ। ਸਮਝ ਕੇ ਸਵੈਮ ਉਸ ਗੱਲ ਤੇ ਉੱਪਰ ਪਹਿਰਾ ਦੇਣਾ ਦਿੱਤਾ ਜਾਂਦਾ ਹੈ। ਹਾਂ, ਇਹ ਗੱਲ ਠੀਕ ਹੈ ਕਿ ਜਿਹੜੀ ਸੁਰਤ ਉਸ ਗੱਲ ਤੇ ਪਹਿਰਾ ਦੇਣ ਲੱਗ ਜਾਂਦੀ ਹੈ, ਵਿਸ਼ਵਾਸ ਕਰ ਲੈਂਦੀ ਹੈ, ਦ੍ਰਿੜ ਕਰ ਲੈਂਦੀ ਹੈ, ਸੱਤ ਮੰਨ ਲੈਂਦੀ ਹੈ, ਤਾਂ ਉਹਦੇ ਉੱਪਰ ਉਹ ਕਰਾਮਾਤ ਜਿਹੜਾ ਸ਼ਬਦ ਹੈ ਉਹ ਵਰਤਾ ਦਿੰਦਾ ਹੈ। ਜਿਹੜਾ ਗੁਰੂ ਹੈ, ਸ਼ਬਦ ਗੁਰੂ ਹੈ, ਗੁਰੂ ਵੱਲੋਂ ਸ਼ਬਦ ਜਿਹੜਾ ਆ ਰਿਹਾ ਸੱਚਖੰਡ ਵੱਲੋਂ, ਹੁਕਮ ਹੈ ਜਿਹੜਾ, ਉਹ ਫਿਰ ਕਰਾਮਾਤ ਵਰਤਾਉਂਦਾ ਹੈ। ਉਹਦੀ ਕਰਾਮਾਤ ਦਿਸਣ ਲੱਗ ਜਾਂਦੀ ਹੈ। ਉਹਦੀ ਕਰਾਮਾਤ ਹੀ ਹੈ ਗੁਰੂ ਨਾਨਕ ਸਾਹਿਬ ਦਾ ਸੰਸਾਰ ਦੇ ਵਿੱਚ ਆ ਕੇ ਸੱਚ ਬੋਲ ਦੇਣਾ। ਭਗਤ ਕਬੀਰ ਸਾਹਿਬ ਦਾ ਆ ਕੇ ਇਸ ਸੰਸਾਰ ਦੇ ਅੰਦਰ ਉਹਨਾਂ ਧਾਰਮਿਕ ਵੱਡੇ ਵੱਡੇ ਜਿਹੜੇ ਪੀਠ ਸੀ, ਵੱਡੇ ਵੱਡੇ ਗੁਰੂ ਕਹਾਉਂਦੇ ਸੰਸਾਰ ਦੇ ਅੰਦਰ, ਉਹਨਾਂ ਨੂੰ ਗੁਰੂ ਮੰਨਣ ਤੋਂ ਇਨਕਾਰੀ ਹੋ ਜਾਣਾ, ਇਦੋਂ ਵੱਡੀ ਬੇਪਰਵਾਹੀ ਕੀ ਹੋ ਸਕਦੀ ਹੈ। ਉਹਨਾਂ ਨੂੰ ਗੁਰੂ ਨਾ ਮੰਨਣਾ, ਆਪਣੇ ਵਰਗੇ ਵੀ ਨਾ ਮੰਨਣਾ, ਆਪ ਤੋਂ ਥੱਲੇ ਮੰਨਣਾ, ਵੀ ਤੁਹਾਨੂੰ ਤਾਂ ਥੱਲੇ ਦੀ ਵੀ ਸੋਚੀ ਨਹੀਂ ਹੈ, ਪੂਰੀ ਮਾਇਆ ਦੀ ਵੀ ਸੋਚੀ ਨਹੀਂ ਹੈ, ਤੇ ਤੁਸੀਂ ਆਪਣੇ ਆਪ ਨੂੰ ਗੁਰੂ ਕਹਾ ਰਹੇ ਹੋ। ਤੁਸੀਂ ਤਾਂ ਈਸ਼ਰ ਦੀ, ਬ੍ਰਹਮਾ ਦੀ ਜਾਂ ਸ਼ਿਵ ਦੀ ਬਾਹਰੀ ਤੌਰ ਤੇ ਪੂਜਾ ਕਰਨ ਨੂੰ ਪਰਮੇਸ਼ਰ ਦੀ ਪੂਜਾ ਮੰਨਦੇ ਹੋ। ਬਾਹਰੀ ਤੌਰ ਤੇ ਤੁਸੀਂ ਇਹ ਤਿੰਨੇ ਦੇਵਤੇ ਬਣਾ ਲਏ, ਤੇ ਜਦੋਂ ਤੁਸੀਂ ਜੋੜੇ ਹੀ ਬਾਹਰ ਨਾਲ ਗਏ ਸੰਸਾਰ ਦੇ ਅੰਦਰ, ਤਾਂ ਫਿਰ ਤੁਹਾਨੂੰ ਪਰਮੇਸ਼ਰ ਬਾਰੇ ਥੋੜ੍ਹਾ ਪਤਾ ਲੱਗੂਗਾ। ਪਰਮੇਸ਼ਰ ਦਾ ਸੰਸਾਰ 'ਚ ਨਹੀਂ ਹੈ, ਪਰਮੇਸ਼ਰ ਦਾ ਹੁਕਮ ਸੰਸਾਰ 'ਚ ਚੱਲਦਾ ਹੈ, ਸ੍ਰਿਸ਼ਟੀ ਦੇ ਉਹਦਾ ਹੁਕਮ ਚੱਲਦਾ ਹੈ। ਕਰਤੇ ਵਸ ਹੈ ਕੁਦਰਤ, ਕਰਤੇ ਦੇ ਵਸ 'ਚ ਹੈ ਕੁਦਰਤ। ਜਿਹੜੀ ਚੀਜ਼ ਕਿਸੇ ਦੇ ਵਸ 'ਚ ਹੁੰਦੀ ਉਹ ਛੋਟੀ ਹੁੰਦੀ ਹੈ, ਜਿਹੜੀ ਚੀਜ਼ ਨੇ ਵਸ 'ਚ ਕੀਤੀ ਹੁੰਦੀ ਉਹ ਵੱਡੀ ਹੁੰਦੀ ਹੈ। ਸੋ ਜੇ ਹਾਂ ਜਾਣਾ, ਬਾਦਸ਼ਾਹ ਕਹਿੰਦੇ ਜਿੰਨਾ ਕੁ ਮੈਂ ਜਾਣਿਆ ਵੀ ਹੈ, ਚਾਹੇ ਜਾਣਿਆ ਉਹਦੀ ਬਰਕਤ ਨਾਲ ਹੀ ਹੈ। ਜਿਸ ਤੂੰ ਜਣਾਏ ਸੋਈ ਜਨ ਜਾਣਾ। ਮੇਰੇ ਜਾਣਨ ਦੇ ਵਿੱਚ ਮੇਰੇ ਮੂਲ ਨੇ ਮਦਦ ਬਹੁਤ ਕੀਤੀ ਹੈ, ਮੇਰੀ ਬੁੱਧੀ ਨੇ ਮਦਦ ਕੀਤੀ ਹੈ। ਮੈਂ ਸੁਗਿਆਨ ਪੜ੍ਹਿਆ, ਵਿਚਾਰਿਆ, ਗ੍ਰੰਥਾਂ ਨੂੰ ਵਿਚਾਰਿਆ, ਧਰਮ ਦਿਆਂ ਨੂੰ। ਪਰ ਉਸ ਜਦੋਂ ਮੈਂ ਗੱਲ ਨੂੰ ਜਾਣ ਗਿਆ, ਸੋਝੀ ਮੈਨੂੰ ਆ ਗਈ, ਸੇ ਆਖਾਂ ਨਹੀਂ। ਹੁਣ ਕਿਵੇਂ ਆਖਾਂ ਮੈਂ? ਪਰ ਆਖਣਾ ਵੀ ਜ਼ਰੂਰ ਹੈ, ਇਹ ਨਹੀਂ ਗੱਲ ਕਿ ਆਖਣਾ ਵੀ ਨਹੀਂ, ਪਰ ਆਖਿਆ ਵੀ ਨਹੀਂ ਜਾਣਾ। ਇਸੇ ਕਰਕੇ ਗੁਰਬਾਣੀ ਦੇ ਅੰਦਰ ਪਾਤਸ਼ਾਹ ਨੇ ਬੁਝਾਰਤ ਸ਼ਬਦ ਲਿਖੇ ਕਿ ਉਹ ਬੁੱਝਣਾ ਹੀ ਪਊਗਾ। ਮੇਰੇ ਆਖਣ ਦੇ ਵਿੱਚ ਵੀ ਤੁਹਾਨੂੰ ਬੁੱਝਣਾ ਹੀ ਪਊਗਾ। ਮੈਂ ਤੁਹਾਨੂੰ ਇੱਥੋਂ ਪ੍ਰਮਾਣ ਦਊਂਗਾ, ਪ੍ਰਮਾਣਾਂ ਦੇ ਵਿੱਚੋਂ ਤੁਸੀਂ ਉਹਦੇ ਨਾਲ ਜੁੜਨਾ। ਬਸ ਇੱਥੇ ਹੈ ਮੇਰੇ ਮਨਾਂ ਤੂੰ ਇੱਕ ਗਲਤੀ ਕਰ ਗਿਆ ਕਿ ਤੂੰ ਪ੍ਰਮਾਣਾਂ ਨਾਲ ਜੁੜ ਗਿਆ, ਜਿਹਦੇ ਬਾਰੇ ਪ੍ਰਮਾਣ ਦਿੱਤੇ ਉਹ ਛੱਡਤਾ, ਇੱਕ ਆਇਡੈਂਟੀ ਗਾਇਬ ਕਰਤੀ। ਇਹੀ ਸਾਰੀ ਖੇਡ ਹੈ। ਜਿਹਨੂੰ ਇਸ ਖੇਡ ਦੀ ਸੋਝੀ ਆ ਜਾਂਦੀ ਹੈ, ਉਹ ਪਰਮਾਰਥ ਦੇ ਰਸਤੇ 'ਤੇ ਇੱਕ ਸਕਿੰਟ ਚਲੇ ਜਾਂਦਾ। ਖਿਨਵੇਂ ਨੀਚ ਕੀਟ ਕੋ ਰਾਜ ਆਏ, ਕਿਉਂਕਿ ਨੀਚ ਕੀਟ ਹੈ, ਕੀੜਾ ਨਾ, ਆਤਮਾ ਸਰੀਰ ਨਾਲ ਜੁੜਿਆ ਹੋਇਆ। ਜਿੰਨਾ ਚਿਰ ਸਰੀਰ ਨਾਲ ਜੁੜਿਆ ਨੀਚ ਹੈ, ਕੀਟ ਹੈ। ਕੋ ਰਾਜ, ਰਾਜ ਕੀ ਹੈ? ਸ਼ਬਦ ਗੁਰੂ ਦੀ ਸੋਝੀ ਆ ਜਾਣੀ। ਇਹਨੂੰ ਬਸ ਇੰਨੀ ਕੁ ਸੋਝੀ ਜਦੋਂ ਆਉਂਦੀ ਹੈ ਵੀ ਇਹ ਤਾਂ ਇਹ ਨੀਚ ਹੈ, ਇਹਦੇ ਨਾਲ ਕਿਉਂ ਜੁੜ ਗਿਆ ਤੂੰ? ਉੱਤਮ ਨਾਲ ਜੁੜ। ਉੱਤਮ ਕੀ ਹੈ? ਉੱਤਮ ਹੈ ਹੁਕਮ। ਜਦੋਂ ਇਹਨੂੰ ਹੁਕਮ ਦਾ ਪਤਾ ਲੱਗਦਾ, ਉਸੇ ਵੇਲੇ ਸੁਰਤ ਹੁਕਮ ਨਾਲ ਜੁੜ ਜਾਂਦੀ ਹੈ। ਸ਼ਬਦ ਸੁਰਤ ਭਵ ਸਾਗਰ ਤਰੀ ਹੈ। ਉਹ ਭਵ ਸਾਗਰ ਤੋਂ ਉੱਪਰ ਤਰਦੀ ਹੈ, ਰਹਿੰਦੀ ਇੱਥੇ ਹੀ ਹੈ, ਪਰ ਤਰਦੀ ਰਹਿੰਦੀ ਹੈ, ਡੁੱਬਦੀ ਨਹੀਂ ਹੈ ਸੰਸਾਰ 'ਚ। ਕਮਲ ਦਾ ਫੁੱਲ ਹੁੰਦਾ ਚਿੱਕੜ 'ਚ ਹੀ ਹੈ, ਪਰ ਡੁੱਬਦਾ ਨਹੀਂ ਹੈ। ਇਸੇ ਤਰ੍ਹਾਂ ਗੁਰਮੁਖ ਰਹਿੰਦਾ ਸੰਸਾਰ ਦੇ ਅੰਦਰ ਹੀ ਹੈ, ਉਹਦੇ ਕੋਲ ਵੀ ਆ ਸਰੀਰ ਹੁੰਦਾ, ਪਰ ਡੁੱਬਦਾ ਨਹੀਂ ਹੈ। ਪਰ ਮੁਸ਼ਕਲਾਂ ਬਹੁਤ ਹੁੰਦੀਆਂ ਨੇ। ਸੰਸਾਰ ਦੇ ਲੋਕ ਉਹਦੇ ਤੋਂ ਤਕਲੀਫ ਮੰਨਦੇ ਆ, ਕਿਉਂਕਿ ਉਹਦੀ ਜਿਹੜੀ ਭਾਸ਼ਾ ਹੁੰਦੀ ਹੈ
ਉਹ ਸੰਸਾਰੀਆਂ ਨੂੰ ਚੰਗੀ ਨਹੀਂ ਲੱਗਦੀ। ਭਾਵੇਂ ਉਹ ਸੰਸਾਰੀਆਂ ਦੇ ਹੱਕ 'ਚ ਬੋਲਦਾ ਹੈ, ਪਰ ਸੰਸਾਰੀਆਂ ਨੂੰ ਇੰਜ ਲੱਗਦਾ ਵੀ ਇਹ ਸਾਡੇ ਵਿਰੋਧ 'ਚ ਬੋਲਦਾ ਹੈ। ਸੋ ਪਾਤਸ਼ਾਹ ਕਹਿੰਦੇ, ਜੇ ਹੋਂ ਜਾਣਾ ਆਖਾਂ ਨਾਹੀਂ, ਜੇ ਮੈਨੂੰ ਦੱਸਣਾ ਆਉਂਦਾ ਤਾਂ ਮੈਂ ਆਖਾਂ ਨਹੀਂ, ਕੀ ਮੈਂ ਦੱਸਦਾ ਨਾ। ਜੇ ਮੇਰੇ ਹੱਥ 'ਚ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ, ਗੁਰੂ ਨਾਨਕ ਸਾਹਿਬ ਕਹਿੰਦੇ, ਕੀ ਮੈਂ ਕਰਦਾ ਨਾ। ਪਰ ਜਿੰਨੀ ਕੁ ਮੇਰੇ ਤੋਂ ਉਹਨੇ ਕਰਵਾਈ ਹੈ, ਪਰ ਮੈਂ ਉਨੀ ਕਰੂੰਗਾ ਵੀ। ਮੈਂ ਲੁਕਾਉਣਾ ਵੀ ਨਹੀਂ ਕੁਛ, ਪਰ ਦੱਸੂਗਾ ਉਹ ਜੋ ਉਹ ਕਹੂਗਾ। ਹੁਣ ਮੈਂ ਆਪਣੀ ਮਰਜ਼ੀ ਨਾਲ ਨਹੀਂ ਕੁਛ ਵੀ ਦੱਸਣਾ। ਹਉ ਬੁਲਾਇਆ ਬੋਲੇ, ਖਸਮ ਦਾ ਬੋਲਣਾ ਜ਼ਰੂਰ ਹੈ, ਪਰ ਖਸਮ ਦੇ ਬੁਲਾਇਆ ਬੋਲਣਾ, ਆਪਣੀ ਮਰਜ਼ੀ ਨਾਲ ਨਹੀਂ। ਕਿਉਂਕਿ ਪਹਿਲਾਂ ਜਿੰਨਿਆਂ ਨੇ ਵੀ ਬੋਲਿਆ ਹੋਇਆ ਆਪਣੀ ਮਰਜ਼ੀ ਨਾਲ ਬੋਲਿਆ ਹੋਇਆ, ਆਪਣੇ ਅਨੁਭਵ ਦੱਸੇ ਹੋਏ। ਜਦੋਂ ਤੁਸੀਂ ਆਪਣਾ ਅਨੁਭਵ ਦੱਸੋਗੇ, ਤੁਹਾਡੀ ਆਪਣੀ ਅਨੁਭਵਤਾ ਹੋ, ਤੁਹਾਡੀ ਆਪਣੀ ਹੀ ਬਣਾਈ ਹੋਈ ਕਲਪਨਾ ਹੈ। ਪਰ ਗੁਰਬਾਣੀ ਦੇ ਅੰਦਰ ਪਾਤਸ਼ਾਹੀਆਂ ਨੇ, ਭਗਤ ਸਾਹਿਬਾਨਾਂ ਨੇ ਕਿਤੇ ਨਹੀਂ ਲਿਖਿਆ ਕਿ ਅਸੀਂ ਤੁਹਾਨੂੰ ਆਪਣਾ ਅਨੁਭਵ ਦੱਸਦੇ। ਉਹਨਾਂ ਨੇ ਇਹੀ ਆਖਿਆ ਕਿ ਹਾਂ ਬੁਲਾਇਆ ਬੋਲੇ ਖਸਮ ਦਾ, ਵੀ ਭਾਈ ਅਸੀਂ ਉਹੀ ਕੁਛ ਬੋਲਦੇ ਹਾਂ ਜੋ ਸਾਤੋਂ ਖਸਮ ਬੁਲਾ ਰਿਹਾ। ਹਉ ਆਪੂ ਬੋਲ ਨਾ ਜਾਣਦਾ, ਜੋ ਕਿਹਾ ਸੋ ਹੁਕਮਾਓ ਜੀਓ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਕਿ ਜਿਹੋ ਜੀ ਖਸਮ ਦੀ ਬਾਣੀ ਹੈ, ਤੈਸੜਾ ਕਰੀ ਉਹੋ ਜਿਹੀ ਵਿਖਿਆਨ ਕਰਨਾ। ਕਰੀ ਵੇ ਲਾਲੋ, ਵੇ ਲਾਲੋ, ਲਾਲੋ ਆਪਣੀ ਆਤਮਾ ਨੂੰ ਆਖਿਆ, ਆਪਣੇ ਮਨ ਨੂੰ ਆਖਿਆ। ਕਿਉਂਕਿ ਗੁਰੂ ਨਾਨਕ ਸਾਹਿਬ ਦੀ ਆਤਮਾ ਤਾਂ ਲਾਲ ਹੈ। ਲਾਲ ਰੰਗ ਤਿਸ ਕੋ ਲੱਗਾ, ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੇ ਦਾਗਾ। ਗੁਰੂ ਨਾਨਕ ਸਾਹਿਬ ਦੀ ਆਤਮਾ ਨੂੰ ਤਾਂ ਮੈਲ ਲੱਗਦੀ ਹੋ ਨਹੀਂ, ਕਬੀਰ ਸਾਹਿਬ ਦੀ ਆਤਮਾ ਨੂੰ ਤਾਂ ਮੈਲ ਲੱਗੀ ਹੋ ਨਹੀਂ, ਨਾਮਦੇਵ ਜੀ ਦੀ ਆਤਮਾ ਨੂੰ ਮੈਲ ਲੱਗੀ ਨਹੀਂ, ਸਧਨਾ ਜੀ ਦੀ ਮੈਲ ਨੂੰ ਲੱਗੀ ਨਹੀਂ ਆਤਮਾ ਨੂੰ। ਉਹ ਸਾਰੇ ਲਾਲੋ ਹੀ ਲਾਲ ਨੇ, ਕਿਉਂਕਿ ਹੁਕਮ ਅੰਦਰ ਵਰਤਦਾ ਹੈ, ਹੁਕਮ ਦੀ ਕਰਾਮਾਤ ਵਰਤ ਰਹੀ ਹੈ। ਸੋ ਪਾਤਸ਼ਾਹ ਕਹਿੰਦੇ, ਮੈਂ ਕੁਝ ਨਹੀਂ ਦੱਸ ਸਕਦਾ ਕਿ ਇੱਕ ਕੀ ਹੈ, ਉਹ ਮਿਲਦਾ ਕਿਵੇਂ ਹੈ। ਬਸ ਉਹਦੇ ਬਾਰੇ ਪ੍ਰਮਾਣ ਜ਼ਰੂਰ ਦੇ ਸਕਦਾ। ਉਹਨਾਂ ਪ੍ਰਮਾਣਾਂ ਦੇ ਵਿੱਚੋਂ ਤੁਸੀਂ ਫਿਰ ਮਿਹਨਤ ਕਰਨੀ ਹੈ। ਜਿਵੇਂ ਪਾਤਸ਼ਾਹ ਕਹਿੰਦੇ, ਇਹ ਹਰ ਰਸ ਸੇਈ ਜਾਣਦੇ, ਇਹ ਹਰ ਰਸ ਸੇਈ ਜਾਣਦੇ, ਜਿਉਂ ਗੂੰਗੇ ਮਠਿਆਈ ਖਾਈ। ਕਹਿੰਦੇ ਇਹ ਤਾਂ ਹੁਣ ਉਹੀ ਜਾਣੂ ਵੀ ਜਿਹਨੇ ਉਸ ਰਸ ਨੂੰ ਆਪ ਪ੍ਰਾਪਤ ਕਰ ਲਿਆ। ਜਿਵੇਂ ਗੂੰਗੇ ਨੇ ਮਠਿਆਈ ਖਾ ਲਈ, ਤੇ ਉਹ ਕੀ ਦੱਸੂਗਾ, ਪਰ ਉਹਦੇ ਸਰੀਰ ਤੋਂ ਪਤਾ ਲੱਗੂ। ਜੇ ਤਾਂ ਉਹ ਕੌੜੀ ਚੀਜ਼ ਖਾਊਗਾ ਤਾਂ ਉਹਦਾ ਸਰੀਰ ਦੱਸੂ, ਜੇ ਉਹ ਮਿੱਠੀ ਖਾਊ ਤਾਂ ਵੀ ਦੱਸੂ। ਇਸੇ ਤਰ੍ਹਾਂ ਗੁਰਮੁਖਾਂ ਦਾ ਜਿਹੜਾ ਬੋਲਣ ਦਾ ਜਿਹੜਾ ਅਸਲੀ ਸਰੀਰ ਹੈ, ਗੁਰਮੁਖਾਂ ਦਾ ਅਸਲੀ ਸਰੀਰ ਹੈ ਆਤਮਾ, ਉਹਨਾਂ ਦੇ ਬੋਲਣ ਤੋਂ ਪਤਾ ਲੱਗੂਗਾ। ਕਹਿਬੇ ਮਾਹੇ ਵਿਵੇਕ, ਕਿ ਬੋਲਦੇ ਕਿੱਥੋਂ ਨੇ, ਔਰ ਜੋ ਬੋਲਣਗੇ ਉਹੀ ਕੁਛ ਉਹਨਾਂ ਦੀ ਕਰਨੀ ਵੀ ਹੋਊਗੀ। ਕਹਿਣੀ ਤੇ ਕਥਨੀ 'ਚ ਕੋਈ ਫਰਕ ਨਹੀਂ ਹੋਊਗਾ ਗੁਰਮੁਖ ਦੇ। ਜੋ ਕਥਨੀ ਹੈ ਉਹੀ ਕਰਨੀ ਹੈ। ਜਿਹਦੇ ਅੰਦਰ ਸ਼ਬਦ ਗੁਰੂ ਪ੍ਰਗਟ ਹੁੰਦਾ ਹੈ, ਜਿਹਦੇ ਅੰਦਰ ਸ਼ਬਦ ਗੁਰੂ ਨਹੀਂ ਪ੍ਰਗਟ, ਸ਼ਬਦੀ ਗਿਆਨ ਹੈ, ਉਹ ਕੀ ਕਰਦਾ, ਉਹਦੀ ਕਥਨੀ ਬੜੀ ਚੰਗੀ ਹੁੰਦੀ ਹੈ। ਉਹ ਸ਼ਬਦਾਂ ਦੇ ਨਾਲ ਬੜੀ ਦੁਨੀਆ ਨੂੰ ਮੋਹ ਲੈਂਦਾ, ਉਹਦੀ ਆਵਾਜ਼ ਬੜੀ ਵਧੀਆ ਹੁੰਦੀ ਹੈ, ਉਹਦਾ ਬੋਲਣ ਦਾ ਢੰਗ ਬੜਾ ਵਧੀਆ ਹੁੰਦਾ, ਉਹਦੇ ਕੋਲ ਸ਼ਬਦ ਬੜੇ ਵਧੀਆ ਹੁੰਦੇ, ਲੋਕਾਂ ਨੂੰ ਆਪਣੇ ਵੱਸ 'ਚ ਕਰ ਲੈਂਦਾ ਵੀ ਹਾਲਾਂਕਿ ਕਹਿੰਦਾ ਬੜਾ ਸੋਹਣਾ ਬੋਲਦੇ ਆ। ਅਸੀਂ ਤਾਂ ਇੱਥੋਂ ਤੱਕ ਵੀ ਲੋਕ ਪ੍ਰਭਾਵਿਤ ਹੋ ਜਾਂਦੇ ਹਾਂ ਵੀ ਜੇ ਕੋਈ ਇਸ ਤਰ੍ਹਾਂ ਦਾ ਧਾਰਮਿਕ ਪ੍ਰਚਾਰਕ, ਰਾਗੀ, ਢਾਡੀ, ਸੰਤ, ਬਾਬਾ ਕੋਈ ਵੀ ਹੈ, ਉਹ ਅੱਖਾਂ ਹੀ ਮੀਚ ਕੇ ਪਾਠ ਕਰੀ ਚੱਲੇ ਜਾਂ ਅੱਖਾਂ ਮੀਚ ਕੇ ਕਥਾ ਕੀਰਤਨ ਕਰਦਾ, ਅਸੀਂ ਇਸੇ ਗੱਲ ਤੋਂ ਪ੍ਰਭਾਵਿਤ ਹੋ ਜਾਂਦੇ ਵੀ ਉਹ ਤਾਂ ਅੱਖਾਂ ਹੀ ਨਹੀਂ ਜੀ ਖੋਲਦਾ। ਉਹ ਤਾਂ ਅੱਖਾਂ ਮੀਟ ਕੇ ਬੜਾ ਰਸਦਾਇਕ ਕੀਰਤਨ ਕਰਦੇ ਆ ਜਾਂ ਜੋ ਵੀ ਹੈ, ਪਰ ਗੁਰਮੁਖ ਨਹੀਂ ਇਹਨਾਂ ਗੱਲਾਂ ਤੇ ਵਿਸ਼ਵਾਸ ਕਰਦਾ। ਕਿਉਂਕਿ ਗੁਰਮੁਖ ਨੂੰ ਗੁਰਬਾਣੀ ਨੇ ਦੱਸਿਆ ਹੋਇਆ, ਆਂਖ ਮੀਚੈ ਨਾਕ ਪਕੜਾ, ਠੱਗਣ ਕੋ ਸੰਸਾਰ ਹੈ। ਅੱਖ ਕਾਹਦੇ ਵਾਸਤੇ ਮੀਚਣੀ, ਅੱਖਾਂ ਤਾਂ ਖੋਲਣੀਆਂ ਨੇ, ਬੰਦ ਕਰਨਾ ਸੀ ਮਨ ਦੇ ਫੁਰਨਿਆਂ ਨੂੰ। ਮਨ ਦਾ ਫੁਰਨਾ ਤਾਂ ਬੰਦ ਨਹੀਂ ਹੈ,
ਮਨ ਦੀ ਕਲਪਨਾ ਤਾਂ ਬੰਦ ਨਹੀਂ ਹੈ। ਅੱਖਾਂ ਬੰਦ ਕਰਕੇ ਕੁਝ ਨਹੀਂ ਬਣਦਾ। ਅੱਖਾਂ ਖੋਲ ਕੇ ਤਾਂ ਦੇਖਣੀ ਹੈ ਕੁਦਰਤ, ਕੁਦਰਤ ਚੋਂ ਹੀ ਕਰਤੇ ਬਾਰੇ ਜਾਣਨਾ ਹੈ। ਇੱਥੋਂ ਹੀ ਤਾਂ ਬੁਝਾਰਤ ਬੁੱਝਣੀ ਹੈ, ਇੱਥੋਂ ਹੀ ਤਾਂ ਸਾਰਾ ਮਸਲਾ ਹੱਲ ਹੋਣਾ ਹੈ, ਇੱਥੋਂ ਹੀ ਤਾਂ ਆਪਣੇ ਆਪ ਬਾਰੇ ਪਤਾ ਲੱਗਣਾ ਹੈ। ਇਹ ਹਰ ਰਸ ਸੇਈ ਜਾਣਦੇ, ਪਾਤਸ਼ਾਹ ਕਹਿੰਦੇ ਉਹੀ ਜਾਣ ਸਕਦੇ ਆ। ਜਿਉਂ ਗੂੰਗੇ ਮਠਿਆਈ ਖਾਈ, ਜਿਵੇਂ ਗੂੰਗੇ ਨੇ ਮਠਿਆਈ ਖਾ ਲਈ, ਸੋ ਉਹੀ ਜਾਣਾ ਜਿਸ ਨੂੰ ਮਿਲਿਆ। ਗੂੰਗਾ ਮਠਿਆਈ ਖਾ ਕੇ ਸਵਾਦ ਕਿਵੇਂ ਦੱਸੇ? ਜਿਵੇਂ ਪਾਤਸ਼ਾਹ ਕਹਿੰਦੇ ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤਾਂ ਕਿਆ ਕਹੀਏ। ਇਹ ਬੇਵਸੀ ਹੈ ਉਹਨਾਂ ਦੀ। ਸ੍ਰੀ ਰਵਿਦਾਸ ਜੀ ਪਾਤਸ਼ਾਹ ਵੀ ਇਹ ਗੱਲ ਕਹਿੰਦੇ, ਕਹਿ ਰਵਿਦਾਸ ਅਕਥ ਕਥਾ ਬਹੁ ਕਾਹੇ ਕਰੀਦੈ। ਕਹਿੰਦੇ ਤਾਂ ਅਕਥ ਹੈ, ਇਹ ਤਾਂ ਕਥਨ ਕਰਕੇ ਵੀ ਫੇਰ ਉਵੇਂ ਦੀ ਉਵੇਂ ਰਹਿੰਦੀ ਹੈ। ਇੱਕੋ ਹੀ ਇੱਕ ਨਾਮ ਹੈ ਜਿਹਨੂੰ ਜਿੰਨਾ ਮਰਜ਼ੀ ਤੁਸੀਂ ਵੰਡੀ ਚੱਲੋ, ਜਿੰਨੀ ਮਰਜ਼ੀ ਉਹਦੀ ਵਿਆਖਿਆ ਕਰੀ ਚੱਲੋ, ਉਹ ਉਹਨੇ ਦਾ ਉਨਾ ਹੀ ਰਹਿੰਦਾ, ਉਹ ਨਹੀਂ ਘਟਦਾ। ਔਰ ਜਿੰਨੀ ਤੁਸੀਂ ਵਿਆਖਿਆ ਕਰੋਗੇ, ਵਿਆਖਿਆ ਵੱਧਦੀ ਹੈ, ਵਿਆਖਿਆ ਦਾ ਪਸਾਰਾ ਵੱਧਦਾ, ਪਰ ਨਾਮ ਉਨਾ ਹੀ ਰਹਿੰਦਾ। ਨਾਮ ਨਾ ਘਟੇ ਨਾ ਵਧੇ। ਦੁਨੀਆ 'ਚ ਐਸੀ ਕੋਈ ਚੀਜ਼ ਨਹੀਂ ਹੈ ਜਿਹਦੇ ਕੋਈ ਚੀਜ਼ ਕੱਢੀ ਜਾਵੇ ਉਹ ਘਟੇ ਨਾ। ਮਾਇਆ ਘਟਦੀ ਹੈ, ਦਿਨ ਪਰ ਦਿਨ ਮਾਇਆ ਖਤਮ ਹੁੰਦੀ ਜਾਂਦੀ ਹੈ, ਪਰ ਸੱਚ ਨਹੀਂ ਖਤਮ ਹੁੰਦਾ, ਨਾਮ ਨਹੀਂ ਖਤਮ ਹੋ ਰਿਹਾ। ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਜਿੰਨਾ ਵੀ ਅਸੀਂ ਖਾਵਾਂਗੇ, ਸੱਚ ਦਾ ਗਿਆਨ ਪ੍ਰਾਪਤ ਕਰਾਂਗੇ, ਜਿਹਦੀ ਵਿਆਖਿਆ ਕਰਾਂਗੇ, ਉਹ ਉਨੀ ਵਿਆਖਿਆ ਨੇ ਵਧਣਾ, ਉਨਾ ਹੀ ਪਰਮੇਸ਼ਰ ਨੇ ਹੋਰ ਸੁਗਿਆਨ ਦੇ ਦੇਣਾ। ਪਰਮੇਸ਼ਰ ਹੋਰ ਸੁਗਿਆਨ ਦੇਈ ਜਾਂਦਾ। ਇੱਕ ਇੱਕ ਵਚਨ ਦੀ ਇੰਨੀ ਇੰਨੀ ਸੋਝੀ ਆ ਜਾਂਦੀ ਹੈ, ਜੀਵ ਖੁਦ ਹੈਰਾਨ ਹੁੰਦਾ ਵੀ ਆਹ ਵੀ ਗੱਲ ਆਏ ਆ। ਅਵਸਥਾ ਵੱਧਦੀ ਹੈ, ਉਹ ਉਹਨਾਂ ਨਾਲ ਬੈਠ ਕੇ ਉਸ ਤਰ੍ਹਾਂ ਦੀ ਵਿਚਾਰ ਕਰਦਾ। ਸੋ ਕਹਿ ਰਵਿਦਾਸ ਕਥ ਕਥਾ ਬਹੁ ਕਾਹੇ ਕਰੀਦੈ, ਨਹੀਂ ਕਰ ਸਕਦੇ। ਪਰ ਪਾਤਸ਼ਾਹ ਨੇ ਤਾਂ ਬਹੁਤ ਕੁਛ ਕਿਹਾ, ਤੇ ਕਿਹਾ ਦੂਜਿਆਂ ਨੇ ਵੀ ਹੈ। ਪਰ ਤੁਸੀਂ ਤਾਂ ਕਹਿੰਦੇ ਬਹੁਤ ਕੁਛ ਕਿਹਾ, ਪਾਤਸ਼ਾਹ ਕਹਿੰਦੇ, ਪਰ ਜੋ ਕੁਛ ਮੈਂ ਕਹਿ ਰਿਹਾ ਹਾਂ ਆਪੋਂ ਬੋਲ ਨਾ ਜਾਣਦਾ, ਪਰ ਮੈਂ ਆਪਣੇ ਆਪ ਨਹੀਂ ਬੋਲ ਕੇ ਕੁਛ ਜਾਣ ਸਕਦਾ। ਮੈਂ ਕਿਹਾ ਸਭ ਹੁਕਮਾਓ ਜੀਓ, ਬੋਲਿਆ ਮੈਂ ਵੀ ਹਾਂ। ਪਾਤਸ਼ਾਹ ਕਹਿੰਦੇ ਭਗਤ ਸਾਹਿਬਾਨ ਕਹਿੰਦੇ ਬੋਲੇ ਅਸੀਂ ਵੀ ਹਾਂ। ਬੋਲਦੇ ਧਾਰਮਿਕ ਆਗੂ ਦੂਜੇ ਵੀ ਸੀ, ਜਿਨ੍ਹਾਂ ਨੇ ਸ਼ਮਰ ਸ਼ਾਸਤਰ ਲਿਖੇ, ਪੁਰਾਣ ਲਿਖੇ, ਉਹ ਵੀ ਬੋਲੇ ਨੇ। ਬੋਲਦਾ ਭਗਤ ਵੀ ਹੈ। ਪਰ ਉਹ ਹੁਕਮ ਦੇ ਵਿੱਚ ਬੋਲਦੇ ਆ, ਉਹਨਾਂ ਦੇ ਬੋਲਣ ਦੇ ਵਿੱਚ ਨਿਰਭੈਤਾ ਹੈ। ਸੰਸਾਰੀਆਂ ਦੇ ਬੋਲਣ ਦੇ ਵਿੱਚ ਭੈ ਹੁੰਦੀ ਹੈ, ਉਹ ਨਹੀਂ ਭੈ 'ਚ ਬੋਲਦੇ। ਭਗਤ ਨਿਰਭੈ ਹੋ ਕੇ ਬੋਲਦਾ, ਕਿਉਂਕਿ ਭੈ ਤਾਂ ਕਰੇ ਜੇ ਉਹਦੇ ਵਿੱਚ ਕੋਈ ਕਮੀ ਹੋਵੇ। ਸੋ ਜੋ ਪਰਮੇਸ਼ਰ ਬੁਲਾਉਂਦਾ, ਪਾਤਸ਼ਾਹ ਕਹਿੰਦੇ, ਭਗਤ ਸਾਹਿਬਾਨ ਕਹਿੰਦੇ, ਅਸੀਂ ਉਹੀ ਬੋਲਦੇ ਹਾਂ। ਹਾਂ, ਉਹਨਾਂ ਦੇ ਸ਼ਬਦਾਂ 'ਚੋਂ ਬੁੱਝਣਾ ਪੈਂਦਾ, ਗਿਆਨ ਹਾਸਲ ਕਰਨਾ ਪੈਂਦਾ। ਹੇ ਮੇਰੇ ਮਨਾ, ਤੈਨੂੰ ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰਨੀ ਪਊਗੀ, ਬੁੱਝਣਾ ਪਊਗਾ। ਕਿਉਂਕਿ ਜਿਹੜੇ ਗੁਰਬਾਣੀ ਦੇ ਸ਼ਬਦ ਵਰਤੇ ਗਏ ਨੇ, ਉਹੀ ਪੰਜਾਬੀ 'ਚ ਆਮ ਲੋਕ ਵੀ ਉਹਨਾਂ ਸ਼ਬਦਾਂ ਨੂੰ ਵਰਤਦੇ ਆ। ਉਹੀ ਸ਼ਬਦ ਗੁਰਬਾਣੀ 'ਚ ਨੇ, ਉਹੀ ਆਮ ਸਮਾਜ ਦੇ ਵਿੱਚ ਚੱਲਦੇ ਨੇ ਸ਼ਬਦ। ਪਰ ਉਹਨਾਂ ਸ਼ਬਦਾਂ ਦਾ ਸਮਾਜ ਦੇ ਵਿੱਚ ਅਰਥ ਭਾਵ ਕੁਛ ਹੋਰ ਹੁੰਦਾ, ਗੁਰਬਾਣੀ 'ਚ ਅਰਥ ਭਾਵ ਕੁਛ ਹੋਰ ਹੁੰਦਾ। ਪਰ ਜਦੋਂ ਅਸੀਂ ਗੁਰਬਾਣੀ ਵਾਲੇ ਸ਼ਬਦਾਂ ਨੂੰ ਵੀ ਉਹਨਾਂ ਹੀ ਅਰਥ ਭਾਵ 'ਚ ਲੈ ਜਾਂਦੇ ਆ, ਫਿਰ ਸਾਡਾ ਸਾਰਾ ਕੁਛ ਹੀ ਖਤਮ ਹੋ ਜਾਂਦਾ ਹੈ। ਗੁਰਬਾਣੀ ਦਾ ਇੱਕ ਇੱਕ ਜਿਹੜਾ ਸ਼ਬਦ ਲਿਖਿਆ ਗੁਰਬਾਣੀ ਦੇ ਅੰਦਰ ਪਾਤਸ਼ਾਹੀਆਂ ਨੇ, ਭਗਤ ਸਾਹਿਬਾਨਾਂ ਨੇ, ਇਹ ਸਾਰਾ ਹੀ ਸ਼ਬਦ ਸਾਡੇ ਸੰਸਾਰ ਦੇ ਨੇ, ਅੱਖਰ ਸਾਡੇ ਸੰਸਾਰ ਦੇ ਨੇ, ਸਿਆਹੀ ਸਾਡੇ ਸੰਸਾਰ ਦੀ ਹੈ, ਕਾਗਜ਼ ਸਾਡੇ ਸੰਸਾਰ ਦਾ। ਪਰ ਇਹਨਾਂ ਸ਼ਬਦਾਂ ਦੇ ਵਿੱਚ ਜਿਹੜੀ ਗੱਲ ਲਿਖੀ ਗਈ ਹੈ, ਉਹ ਸਾਰੀ ਗੱਲ ਨਿਰਾਕਾਰ ਦੀ ਹੈ। ਹੁਣ ਨਿਰਾਕਾਰ ਕੀ ਹੈ? ਸਾਡੀ ਆਪਣੀ ਜੋਤ। ਸਾਨੂੰ ਸਾਡੀ ਜੋਤ ਬਾਰੇ ਦੱਸਿਆ, ਕਿਉਂਕਿ ਉਹਨਾਂ ਦੇ ਅੰਦਰ ਵੀ ਜੋਤ ਸੀ। ਉਹਨਾਂ ਨੇ ਆਪਣੀ ਜੋਤ ਨੂੰ ਜਦੋਂ ਜਾਣ ਲਿਆ, ਉਹਨਾਂ ਨੇ ਦੱਸਿਆ। ਉਹੀ ਜੋਤ ਹੁਣ ਸਾਡੇ ਅੰਦਰ ਵੀ ਚੱਲ ਰਹੀ ਹੈ। ਇਹ ਸ਼ਬਦ ਸਾਡੀ ਜੋਤ ਨਾਲ ਸੰਬੰਧਿਤ ਨੇ, ਜਾਤ ਨਾਲ ਨਹੀਂ ਹੈ। ਇਸੇ ਕਰਕੇ ਬੁਝਾਰਤ ਹੈ। ਸੋ ਇਹਨੂੰ ਬੁਝਾਰਤ ਨੂੰ ਪਾਤਸ਼ਾਹ ਕਹਿੰਦੇ, ਉਹ ਗੱਲ ਆ ਵੀ ਗਿਆਨ ਨਾ ਗੱਲੀ ਢੂੰਡੀ ਹੈ, ਕਥਨਾ ਖਰੜਾ ਸਾਰ।
ਗਿਆਨ ਕਦੇ ਵੀ ਗੱਲਾਂ ਚੋਂ ਨਹੀਂ ਮਿਲਦਾ। ਹੁਣ ਸਿੱਧਾ ਲਿਖਿਆ ਗਿਆਨ ਨਾ ਗੱਲੀ, ਵੀ ਬੰਦਾ ਕੱਲਾ ਗਿਆਨ ਦੀਆਂ ਗੱਲਾਂ ਹੀ ਕਰੀ ਚੱਲੇ ਫਿਰ ਕੁਝ ਨਹੀਂ ਮਿਲਣਾ। ਸਗੋਂ ਜ਼ਿਆਦਾ ਗਿਆਨ ਪ੍ਰਾਪਤ ਕਰਕੇ ਵੀ ਹੰਕਾਰ ਹੋ ਜਾਂਦਾ ਹੈ। ਪਰ ਜਦੋਂ ਗਿਆਨ ਪ੍ਰਾਪਤ ਕਰਕੇ ਸੁਰਤ ਸਵੈਮ ਆਪਣੇ ਆਪ ਨੂੰ ਮੰਨਣ ਲੱਗ ਜਾਂਦੀ ਹੈ, ਫਿਰ ਹੰਕਾਰ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਜਦੋਂ ਸੁਰਤ ਨੇ ਮੰਨਣਾ ਤੇ ਹੁਕਮ ਸਾਹਮਣੇ, ਹੁਕਮ ਸਭ ਤੋਂ ਵੱਡਾ ਹੈ, ਸਤਿਗੁਰ ਸਭ ਤੋਂ ਵੱਡਾ ਹੈ। ਫਿਰ ਇਹਨੂੰ ਆਪਣੇ ਆਪ ਨੂੰ ਚੇਤਾ ਰਹਿੰਦਾ ਵੀ ਸਤਿਗੁਰ ਤਾਂ ਸਾਹਮਣੇ ਖੜਾ ਹੈ, ਮੈਂ ਕਿਉਂ ਝੂਠ ਬੋਲਾਂ, ਸਤਿਗੁਰ ਤਾਂ ਮੇਰੇ ਅੱਗੇ ਅੱਗੇ ਤੁਰਦਾ, ਉਹਦੇ ਮਗਰ ਹੈ ਮੈਂ ਨਹੀਂ ਝੂਠ ਬੋਲਣਾ, ਮੈਂ ਨਹੀਂ ਕਾਮ ਵਾਲੇ ਪਾਸੇ ਜਾਣਾ, ਮੈਂ ਨਹੀਂ ਲੋਭ ਕਰਨਾ, ਮੈਂ ਨਹੀਂ ਮੋਹ ਕਰਨਾ, ਮੈਂ ਨਹੀਂ ਹੰਕਾਰ ਕਰਨਾ। ਤੇ ਜਦੋਂ ਜੋਤ ਗਿਆਨ ਲੈ ਲੈਂਦੀ ਹੈ, ਇਹਨੂੰ ਫਿਰ ਅੱਗੇ ਕੁਝ ਨਹੀਂ ਦਿੰਦਾ ਆਪ ਤੋਂ, ਫਿਰ ਇਹ ਕਹਿੰਦੇ ਵੀ ਮੈਂ ਹੀ ਹਾਂ ਸਭ ਕੁਝ। ਇਹਦੇ ਕੋਲ ਸ਼ਬਦੀ ਪ੍ਰਭਾਵ ਐਸਾ ਹੁੰਦਾ, ਲੋਕ ਇਹਨੂੰ ਮੱਥਾ ਟੇਕਣ ਲੱਗ ਜਾਂਦੇ ਆ। ਜਦੋਂ ਲੋਕ ਇਹਦੇ ਅੱਗੇ ਸਿਰ ਝੁਕਾਉਂਦੇ, ਇਹਨੂੰ ਹੁੰਦਾ ਵੀ ਮੈਂ ਪਤਾ ਨਹੀਂ ਕੀ ਚੀਜ਼ਾਂ, ਵੀ ਅਗਲਾ ਮੇਰੇ ਅੱਗੇ ਸਿਰ ਝੁਕਾਈ ਜਾਂਦਾ। ਪਰ ਫਿਰ ਇਹ ਉਹਨਾਂ ਦੇ ਉੱਪਰ ਆਪਣਾ ਪ੍ਰਭਾਵ ਪਾਉਣ ਲਈ ਫਿਰ ਕੁਛ ਨਾ ਕੁਛ ਕਰਦਾ। ਧਾਰਮਿਕ ਆਗੂ ਹੈ, ਧਰਮ ਦਾ ਪ੍ਰਭਾਵ ਪਾ ਦਿੰਦਾ, ਰਾਜਨੀਤਿਕ ਦਾ ਪ੍ਰਭਾਵ ਪਾ ਦਿੰਦਾ। ਰਾਜਨੀਤਿਕਾਂ ਨਾਲੋਂ ਸੰਸਾਰੀ ਜਿਹੜੇ ਧਾਰਮਿਕ ਲੋਕ ਨੇ ਜ਼ਿਆਦਾ ਖਤਰਨਾਕ ਹੈ। ਜਿਹੜੇ ਸੰਸਾਰੀ ਨੇ ਉਹ ਐਸਾ ਸ਼ਬਦਾਂ ਦਾ ਪ੍ਰਭਾਵ ਲੋਕਾਂ 'ਤੇ ਪਾ ਦਿੰਦੇ ਆ, ਇੰਨਾ ਭੈ 'ਚ ਲੈ ਜਾਂਦੇ ਆ ਲੋਕਾਂ ਨੂੰ, ਉਹਨਾਂ ਨੂੰ ਅਸਲ ਗੱਲ ਦਾ ਪਤਾ ਹੀ ਨਹੀਂ ਲੱਗਣ ਦਿੰਦੇ। ਉਹ ਸਾਰੀ ਜ਼ਿੰਦਗੀ ਵਿਚਾਰੇ ਆਪਣੇ ਭੈ 'ਚ ਕੱਟ ਜਾਂਦੇ ਆ, ਤੇ ਜਦੋਂ ਸਰੀਰ ਛੁੱਟਦਾ, ਆਤਮਾ ਜਾਂਦੀ, ਉੱਥੇ ਪੇਸ਼ ਹੁੰਦੀ ਆ, ਉਹ ਕਹਿੰਦੇ ਵੀ ਦਿਖਾਓ। ਫਿਰ ਕੀ ਦਿਖਾਵੇ? ਜਿਹੜਾ ਕੁਛ ਹੁੰਦਾ ਦਿਖਾ ਦਿੰਦਾ, ਉਹ ਕਹਿੰਦੇ ਵੀ ਇਹ ਤਾਂ ਰੱਦੀ ਹੈ, ਇਹ ਤਾਂ ਸਾਰਾ ਕੁਝ ਹੀ ਝੂਠ ਚੱਕੀ ਫਿਰਦਾ, ਤੂੰ ਇਹ ਤੂੰ ਕਿੱਥੋਂ ਲੈ ਕੇ ਆਇਆ? ਕਹਿੰਦੇ ਜੀ ਫਲਾਨਿਆਂ ਨੇ ਦੱਸਿਆ ਸੀ। ਕਹਿੰਦੇ ਫਿਰ ਫਲਾਨਿਆਂ ਕੋਲ ਜਾਓ ਜਿੱਥੇ ਹੈਗੇ, ਇੱਥੇ ਨਹੀਂ, ਇੱਥੇ ਤਾਂ ਖਰੇ ਖਜ਼ਾਨੇ ਪਾਈ ਹੈ। ਕੋਈ ਖਰੀ ਚੀਜ਼ ਹੈਗੀ ਦਿਖਾ ਦੇ, ਅਸੀਂ ਖਜ਼ਾਨੇ 'ਚ ਰੱਖ ਲੈਂਦੇ। ਖੋਟੇ ਸੱਟੀ ਹੈ ਬਾਹਰ, ਖੋਟਿਆਂ ਤਾਂ ਨਹੀਂ ਇੱਥੇ, ਉਹ ਬਾਹਰ ਮਾਰਦੇ ਵਗਾ ਕੇ। ਹੇ ਮੇਰੇ ਮਨਾ, ਤੇਰੇ ਕੋਲ ਸਮਾਂ ਹੈ, ਇੱਥੇ ਹੀ ਪਟਾਂਤਰਾ ਕਰਦਾ ਜਾ, ਆਪਣੇ ਆਪ ਨੂੰ ਵਿਚਾਰਦਾ ਜਾ, ਕਿਸੇ ਦੀ ਪਰਵਾਹ ਨਾ ਕਰ। ਸਵੈਮ ਆਪਣੇ ਆਪ ਨੂੰ ਝਾਤੀ ਮਾਰ ਵੀ ਤੇਰੇ ਕੋਲ ਕੀ ਹੈ। ਕਿਸੇ ਕੋਲ ਕੁਛ ਵੀ ਹੋਵੇ, ਕਿਸੇ ਕੋਲ ਵੱਧ ਹੈ, ਕਿਸੇ ਕੋਲ ਗਿਆਨ ਹੈ, ਕਿਸੇ ਕੋਲ ਧਿਆਨ ਹੈ, ਤੈਨੂੰ ਕਿਸੇ ਦਾ ਕੋਈ ਮਤਲਬ ਨਹੀਂ। ਤੂੰ ਆਪਣੇ ਵੱਲ ਦੇਖ ਵੀ ਤੇਰੇ ਕੋਲ ਕਿਹੜਾ ਗਿਆਨ ਹੈ, ਕਿਹੜਾ ਤੂੰ ਧਿਆਨ ਧਰਦਾ। ਕੀ ਤੇਰੇ ਗਿਆਨ ਨਾਲ ਤੇਰੀ ਆਤਮਾ ਨੂੰ ਕੋਈ ਫਰਕ ਪੈ ਰਿਹਾ? ਕੀ ਤੇਰੇ ਧਿਆਨ ਨਾਲ ਤੇਰੀ ਆਤਮਾ ਨੂੰ ਕੋਈ ਫਰਕ ਪੈ ਰਿਹਾ? ਜੇ ਤੈਨੂੰ ਹੀ ਨਹੀਂ ਕੋਈ ਫਰਕ ਪੈ ਰਿਹਾ, ਫਿਰ ਦੂਜੇ ਨੂੰ ਉਪਦੇਸ਼ ਦੇ ਕੇ ਕੀ ਕਰੇਗਾ? ਕੋਈ ਫਾਇਦਾ ਨਹੀਂ, ਸਗੋਂ ਫਸ ਜਾਏਗਾ। ਪਾਤਸ਼ਾਹ ਨੇ ਲਿਖਿਆ, ਪੜਿਆ ਹੋਵੇ ਗੁਨਾਹਗਾਰ, ਓਮੀ ਸਾਧ ਨਾ ਮਾਰੀ ਹੈ। ਸੋ ਗਿਆਨ ਨਾ ਗੱਲੀ ਟੁੱਟੀ, ਕਥਨਾ ਕਰੜਾ ਸਾਰ। ਕਹਿੰਦੇ ਬੜਾ ਔਖਾ ਪਾਤਸ਼ਾਹ, ਕਹਿੰਦੇ ਉਸ ਸਾਰ ਤੱਤ ਦੀ ਵਿਆਖਿਆ ਕਰਨੀ ਇੰਨੀ ਔਖੀ ਹੈ ਇਸ ਭਾਵ ਸਾਗਰ ਦੇ ਅੰਦਰ ਕਿ ਕਹਿਣ ਕਥਨ ਤੋਂ ਬਾਹਰ ਹੈ। ਬਹੁਤ ਔਖਾ ਹੈ ਪਾਤਸ਼ਾਹ ਕਹਿੰਦੇ। ਦੇਖੋ ਹੇ ਮੇਰੇ ਮਨਾ, ਪਾਤਸ਼ਾਹ ਇਹ ਗੱਲ ਕਹਿੰਦੇ ਆ, ਤੇ ਸਾਡੇ ਅੱਜ ਇੱਥੇ ਜੋ ਧਰਮ ਦੇ ਆਗੂ ਨੇ ਉਹ ਤਾਂ ਕਹਿੰਦੇ ਸੌਖਾ ਹੀ ਬਹੁਤ ਹੈ। 2 ਘੰਟੇ ਦਾ ਦੀਵਾਨ ਆ, ਬੈਠੋ 5-7 ਮਿੰਟ ਸ਼ਾਨ ਵਜਾਓ, ਫਿਰ ਕੋਈ ਸ਼ਬਦ ਸ਼ੁਰੂ ਕਰ ਲਓ, ਤੇ ਉਸ ਤੋਂ ਬਾਅਦ ਸਾਖੀ ਸ਼ੁਰੂ ਕਰ ਦਿਓ। ਸਾਖੀ ਸੁਣਾਉਣੀ ਤਾਂ ਬਹੁਤ ਸੌਖੀ ਹੈ, ਕਿਉਂਕਿ ਕਿਸੇ ਦੀ ਲਿਖਤ ਹੈ, ਪੜ੍ਹ ਕੇ ਸੁਣਾ ਦੇਣੀ ਹੈ। ਉਹ 4 ਗੱਲਾਂ ਆਪਣੀਆਂ ਐਡ ਕਰ ਦਿਓ, ਘੰਟਾ 1.5 ਘੰਟਾ ਲੰਘੇ, ਉਹ ਤੋਂ ਬਾਅਦ ਅਖੀਰ ਦੇ ਵਿੱਚ ਸੰਗਤ ਦਾ ਧੰਨਵਾਦ ਕਰ ਦਿਓ, ਪ੍ਰਬੰਧਕਾਂ ਦਾ ਧੰਨਵਾਦ ਕਰ ਦਿਓ, ਅਖੀਰ ਜਾ ਕੇ ਦਿਓ ਭਾਈ ਮਾਇਆ ਵੀ ਦਿਓ, ਮਾਇਆ ਸਫਲੀ ਕਰੋ। ਗੁਰਬਾਣੀ ਮਾਇਆ ਨੂੰ ਜ਼ਹਿਰ ਕਹਿੰਦੀ ਹੈ, ਇਹ ਸਫਲੀ ਕਰਦੇ। ਫਿਰ ਮਾਇਆ ਨੂੰ ਵੀ ਸੇਵਾ ਕਹਿੰਦੇ, ਸੇਵਾ ਦਿਓ। ਇਹ ਸੇਵਾ ਨਹੀਂ ਹੈ, ਸੱਚਖੰਡ 'ਚ ਪ੍ਰਵਾਨ ਨਹੀਂ ਹੈ। ਮਾਇਆ ਲੈਣੀ ਦਾ ਸਿੱਧਾ ਕਿਉਂ ਵੀ ਮਾਇਆ ਦਿਓ, ਪੈਸਾ ਦਿਓ ਭਾਈ, ਆਹ ਬਿਲਡਿੰਗ ਬਣਾਉਣੀ, ਬਸ। ਸੇਵਾ ਹੁੰਦੀ ਹੈ ਗੁਰ ਕੀ ਸੇਵਾ, ਸ਼ਬਦ ਵਿਚਾਰ, ਕਿ ਆਪਣੇ ਆਪ ਦੀ ਵਿਚਾਰ ਕਰੋ, ਗੁਰਬਾਣੀ ਨੂੰ ਆਪਣੇ ਉੱਪਰ ਲਾਗੂ ਕਰੋ। ਇਹ ਸੇਵਾ। ਬਾਹਰਲੇ ਸਰੀਰ ਵਾਸਤੇ ਕੁਛ ਵੀ ਬਣਾਉਣਾ ਹੈ,
ਚਾਹੇ ਗੁਰਦੁਆਰਾ ਬਣਾਉਣਾ, ਚਾਹੇ ਮੰਦਿਰ ਬਣਾਉਣਾ, ਜਾਂ ਮਸਜਿਦ ਬਣਾਉਣੀ ਹੈ, ਗਿਰਜਾ ਬਣਾਉਣਾ, ਕੁਛ ਵੀ ਬਣਾਉਣਾ, ਇਹ ਮਾਇਆ ਨਾਲ ਹੀ ਬਣਨਾ। ਇਹ ਬਾਹਰਲੇ ਸਰੀਰ ਨੂੰ ਲੋੜ ਹੈ ਇਹਨਾਂ ਦੀ, ਅੰਤਰ ਆਤਮਾ ਵਾਸਤੇ ਸ਼ਬਦ ਵਿਚਾਰ ਦੀ ਲੋੜ ਹੈ। ਹੇ ਮੇਰੇ ਮਨਾ, ਇਹਨਾਂ ਗੱਲਾਂ ਨੂੰ ਵਿਚਾਰ ਕੇ ਚੱਲੀ, ਤੂੰ ਤੇਰੇ ਵਾਸਤੇ ਉਪਦੇਸ਼ ਨੇ ਗੁਰਬਾਣੀ 'ਚ ਦਿੱਤੇ ਹੋਏ। ਸੋ ਬਹੁਤ ਔਖਾ ਹੈ। ਪਾਤਸ਼ਾਹ ਕਹਿੰਦੇ ਜਿਹੜਾ ਜਾਣਦਾ, ਜੇ ਉਸ ਨੂੰ ਕਥਨ ਕਰਨਾ ਇੰਨਾ ਔਖਾ ਹੈ, ਤੇ ਜਿਨ੍ਹਾਂ ਨੇ ਇਹ ਗੱਲਾਂ ਗੁਰਬਾਣੀ 'ਚ ਲਿਖੀਆਂ ਨੇ, ਕਿਹੜਾ ਬੁੱਝਣੀਆਂ ਸੌਖੀਆਂ ਨੇ। ਜੇ ਉਹਨਾਂ ਪਾਤਸ਼ਾਹੀਆਂ ਦੇ ਅੱਗੇ ਇਸ ਤਰ੍ਹਾਂ ਦੀ ਮੁਸ਼ਕਲ ਆ ਸਕਦੀ ਹੈ, ਹੇ ਮੇਰੇ ਮਨਾ ਤੂੰ ਕਿਹਦਾ ਵਿਚਾਰ ਹੈ। ਤਾਂ ਹੀ ਪਾਤਸ਼ਾਹ ਨੇ ਕਿਹਾ ਸੀ ਵੀ ਹੈ ਨ ਬਿਰਲੇ ਨਹੀਂ ਘਨੇ, ਫੈਲ ਫੱਕੜ ਸੰਸਾਰ ਹੈ ਸਾਰਾ। ਕੋਈ ਬਿਰਲੀ ਹੀ ਜੀਵ ਹੁੰਦਾ ਹੈ ਜਿਹੜਾ ਗੁਰਬਾਣੀ ਤੋਂ ਆਪਣੇ ਆਪ ਨੂੰ ਵਿਚਾਰ ਜਾਂਦਾ ਹੈ, ਆਪਣੇ ਆਪ ਦੀ ਸੋਝੀ ਪ੍ਰਾਪਤ ਕਰ ਲੈਂਦਾ ਹੈ। ਨਹੀਂ ਤਾਂ ਬਹੁਤ ਔਖਾ ਹੈ। ਆਪਣੇ ਆਪ ਨੂੰ ਵਿਚਾਰਨਾ ਵੀ ਕੋਈ ਸੌਖਾ ਨਹੀਂ ਹੈ, ਕਿਉਂਕਿ ਜਦੋਂ ਆਪਣੇ ਆਪ ਨੂੰ ਵਿਚਾਰੂਗਾ ਤਾਂ ਨੀਵਾਂ ਹੋਣਾ ਪਊਗਾ, ਤੇ ਨੀਵਾਂ ਹੋਣਾ ਮਨਾ ਤੂੰ ਚਾਹੁੰਦਾ ਨਹੀਂ। ਸੋ ਪਾਤਸ਼ਾਹ ਕਹਿੰਦੇ ਅੱਜ ਤੱਕ ਕਿਸੇ ਨੇ ਵੀ ਇੰਨੀ ਇਮਾਨਦਾਰੀ ਦੇ ਨਾਲ ਬ੍ਰਹਮ ਬਾਰੇ ਗੱਲ ਨਹੀਂ ਆਖੀ, ਸਿਰਫ ਭਗਤਾਂ ਤੋਂ ਬਿਨਾਂ। ਭਗਤਾਂ ਨੇ ਜ਼ਰੂਰ ਇਮਾਨਦਾਰੀ ਨਾਲ ਆਪਣੀ ਗੱਲ ਦੱਸੀ ਵੀ ਅਸੀਂ ਆਹ ਚੀਜ਼ ਆ, ਇੰਨੀ ਉਹ ਸੱਚਾਈ ਹੈ, ਬਾਕੀ ਤੁਹਾਡੀ ਮਰਜ਼ੀ। ਕੋਈ ਕੋਲੋਂ ਬਣਾ ਕੇ ਗੱਲ ਨਹੀਂ ਆਖੀ, ਜਿਵੇਂ ਦੂਜੀਆਂ ਸੰਸਾਰੀ ਮੱਤਾਂ ਦੇ ਵਿੱਚ ਹੈ ਵੀ ਆਹ ਵੀ ਰੱਬ ਹੈ। ਕਿਸੇ ਨੇ ਪੱਥਰ ਨੂੰ ਰੱਬ ਮੰਨ ਲਿਆ, ਕਿਸੇ ਨੇ ਕਾਂ ਨੂੰ ਰੱਬ ਮੰਨ ਲਿਆ, ਕਿਸੇ ਨੇ ਕੁੱਤਿਆਂ ਨੂੰ ਰੱਬ ਮੰਨ ਲਿਆ, ਕਿਸੇ ਨੇ ਬਿੱਲੀਆਂ ਨੂੰ ਰੱਬ ਮੰਨ ਲਿਆ, ਕਿਸੇ ਨੇ ਬੰਦੇ ਨੂੰ ਰੱਬ ਮੰਨ ਲਿਆ। ਪਰ ਗੁਰਬਾਣੀ 'ਚ ਕਿਤੇ ਨਹੀਂ ਆਉਂਦਾ ਕੋਈ ਬੰਦਾ ਰੱਬ ਹੈ, ਜੋ ਬਾਹਰ ਸਰੀਰ ਤੌਰ ਤੇ ਬੰਦਾ ਹੈ। ਗੁਰਬਾਣੀ ਨੇ ਲਿਖਿਆ ਮਾਨੁਖ ਕੀ ਟੇਕ ਬਿਰਥੀ ਸਭ ਜਾਣ। ਕਹਿੰਦੇ ਮਨੁੱਖ ਤੇ ਟੇਕ ਨਾ ਰੱਖੀ। ਜੇ ਤੂੰ ਕਿਸੇ ਮਨੁੱਖ ਤੇ ਟੇਕ ਰੱਖਦਾ, ਮਨੁੱਖ ਤਾਂ ਫਿਰ ਤੂੰ ਆਪ ਵੀ ਹੈ। ਬਿਰਥੀ ਚਲੇ ਜਾਣੀ ਹੈ ਤੇਰੀ, ਫਿਰ ਟੇਕ ਰੱਖਣੀ ਕਿਤੇ ਹੈ। ਟੇਕ ਰੱਖਣੀ ਹੈ ਨਾਮ ਤੇ, ਟੇਕ ਰੱਖਣੀ ਹੈ ਹੁਕਮ ਤੇ, ਟੇਕ ਰੱਖਣੀ ਹੈ ਅੰਤਰਾਤਮਾ ਤੇ, ਜਿਹਦੇ ਚੋਂ ਸੱਚ ਦੀ ਸੋਝੀ ਆਵੇ। ਜੇ ਕੋਈ ਤੁਹਾਨੂੰ ਬਾਹਰੀ ਤੌਰ ਤੇ ਹਰਕਾ ਸੰਤ ਵੀ ਹੈ, ਉਹ ਸੱਚ ਦੀ ਸੋਝੀ ਦੇ ਰਿਹਾ, ਉਹ ਜਿਹੜੀ ਤੁਹਾਨੂੰ ਸੋਝੀ ਦੇ ਰਿਹਾ, ਭਰੋਸਾ ਉਸ ਸੋਝੀ ਤੇ ਕਰਨਾ, ਨਾ ਕਿ ਉਹਦੇ ਸਰੀਰ ਤੇ ਕਰਨਾ। ਉਹ ਤੁਹਾਨੂੰ ਸੁਗਿਆਨ ਦੇ ਰਿਹਾ, ਉਹ ਸੁਗਿਆਨ ਨੂੰ ਪ੍ਰਾਪਤ ਕਰੋ, ਆਪਣੇ ਤੇ ਲਾਗੂ ਕਰੋ। ਜੇ ਤੁਸੀਂ ਉਹਦੇ ਸਰੀਰ ਨਾਲ ਹੀ ਜੋੜੋਗੇ ਤਾਂ ਸਰੀਰ ਫਿਰ ਤੁਹਾਡੇ ਕੋਲ ਵੀ ਇੱਕ ਦਿਨ ਉਹਨੂੰ ਸਰੀਰ ਛੱਡਣਾ ਪਊਗਾ। ਜਦੋਂ ਉਹ ਸਰੀਰ ਛੱਡ ਕੇ ਜਾਊਗਾ ਫਿਰ ਤੁਸੀਂ ਤਕਲੀਫ ਚਾਹੋਗੇ, ਕਿਉਂਕਿ ਤੁਸੀਂ ਜੁੜੇ ਸਰੀਰ ਨਾਲ ਹੋਏ ਹੋ। ਉਂਝ ਕਹੀ ਚੱਲੋਗੇ ਅਸੀਂ ਵੀ ਉਹਦੇ ਬਚਨਾਂ ਨਾਲ ਜੁੜੇ ਆ। ਜਿਹੜਾ ਬਚਨਾਂ ਨਾਲ ਜੁੜਿਆ ਹੁੰਦਾ ਉਹ ਹੋਰ ਹੁੰਦਾ, ਉਹ ਰੋਂਦਾ ਨਹੀਂ ਹੈ, ਉਹ ਵੈਰਾਗ ਕਰਦਾ। ਸਾਡੇ ਤਾਂ ਰੋਣ ਨੂੰ ਹੀ ਵਿਰਾਗ ਕਹਿ ਦਿੰਦੇ ਆ। ਵੈਰਾਗ ਦਾ ਭਾਵ ਹੁੰਦਾ ਰਾਗ ਤੋਂ ਰਹਿਤ ਹੋ ਜਾਣਾ, ਇੱਛਾ ਤੋਂ ਰਹਿ ਜਾਣਾ। ਮਨ ਬੈਰਾਗ ਭਇਆ, ਮਨ ਬੈਰਾਗ ਹੋ ਗਿਆ, ਮਨ ਇੱਛਾ ਤੋਂ ਰਹਿਤ ਹੋ ਗਿਆ। ਬੈਰਾਗ, ਜਿਵੇਂ ਸੰਸਾਰ 'ਚ ਆਪਾਂ ਕਹਿ ਦਿੰਦੇ ਹਾਂ ਵੀ ਆਹ ਚੀਜ਼ ਮੈਂ ਬੈ ਕਰਤੀ, ਇਹ ਤੇ ਹੁਣ ਮੇਰਾ ਕੋਈ ਹੱਕ ਨਹੀਂ ਰਿਹਾ। ਹੁਣ ਮਨ ਬੈਰਾਗ ਹੋ ਗਿਆ, ਮਾਇਆ ਦੀ ਇੱਛਾ ਤੋਂ ਰਹਿਤ ਹੋ ਗਿਆ। ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ। ਹੁਣ ਕਹਿੰਦਾ ਉਹ ਜਦੋਂ ਨੇ ਮਾਇਆ ਦੀ ਇੱਛਾ ਛੱਡਤੀ, ਉਹ ਕਹਿੰਦਾ ਹੁਣ ਦੂਜੀ ਇੱਛਾ ਪੈਦਾ ਹੋਵੇ। ਦਰਸ਼ਨ ਹੁੰਦਾ ਆਤਮਿਕ ਸੋਝੀ ਦਾ ਪੈਦਾ ਹੋ ਜਾ। ਹੁਣ ਉਹਦਾ ਚਾਅ ਪੈਦਾ ਹੁੰਦਾ ਵੀ ਉਹ ਫਿਰ ਹੋਵੇ ਸੋਝੀ ਪੈਦਾ, ਉਹ ਸ਼ਬਦ ਗੁਰੂ ਪ੍ਰਗਟ ਹੋਵੇ, ਉਹ ਬਾਣੀ ਪ੍ਰਗਟ ਹੋਵੇ ਜਿਹਦੇ ਨਾਲ ਚਿੰਤਾ ਮੁਕਤ ਹੋਣਾ। ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ, ਇਹ ਚਾਅ ਹੈ। ਇੱਕ ਬੈਰਾਗ ਹੁੰਦਾ, ਇੱਕ ਬੈਰਾਗੀ ਹੁੰਦਾ, ਇੱਕ ਅਨੁਰਾਗੀ ਹੁੰਦਾ। ਜਿਹਦੇ ਅੰਦਰ ਬੈਰਾਗ ਹੁੰਦਾ, ਮਾਇਆ ਦੀ ਇੱਛਾ ਛੱਡੀ ਹੈ ਜਿਹਨੇ, ਸੱਚ ਦੀ ਇੱਛਾ ਰੱਖ ਲਈ, ਉਹਨੂੰ ਪਰ ਸੱਚ ਹਜੇ ਮਿਲਿਆ ਨਹੀਂ ਤਾਂ ਉਹ ਪਿੱਛੇ ਮੁੜ ਸਕਦਾ ਹੈ। ਇੱਕ ਬੈਰਾਗੀ ਹੁੰਦਾ ਕਿ ਜਿਹੜਾ ਖੜ ਗਿਆ ਕਿ ਹੁਣ ਮਾਇਆ ਦੀ ਇੱਛਾ ਨਹੀਂ ਕਰਨੀ, ਸੱਚ ਦੀ ਸੋਝੀ ਆਵੇ। ਹਜੇ ਆਈ ਨਹੀਂ ਸੱਚ ਦੀ ਸੋਝੀ, ਆਵੇ
ਇੱਕ ਹੁੰਦਾ ਅਨੁਰਾਗੀ, ਜਿਹਦੇ ਅੰਦਰ ਸੱਚ ਦੀ ਸੋਝੀ ਆ ਚੁੱਕੀ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਆਸਾ ਦੀ ਵਾਰ ਵਿੱਚ ਵੀ ਇਹ ਵਚਨ ਲਿਖਿਆ ਕਿ ਕੋਈ ਗਾਵੈ ਰਾਗੀ ਨਾਦੀ ਬੇਦੀ ਪਉ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਕਹਿੰਦੇ ਇਹਨਾਂ ਤੇ ਪਰਮੇਸ਼ਰ ਪ੍ਰਸੰਨ ਨਹੀਂ ਹੁੰਦਾ। ਕੋਈ ਗਾਵੇ ਰਾਗੀ ਤੇ ਵੀ, ਕਿਉਂਕਿ ਰਾਗੀ ਦੇ ਅੰਦਰ ਮਾਇਆ ਦੀ ਭੁੱਖ ਹੁੰਦੀ ਹੈ। ਉਹ ਗਾਉਂਦੇ ਹੀ ਰਾਗ ਮਾਇਆ ਵਾਸਤੇ, ਭਾਵੇਂ ਪੜ੍ਹੇ ਗੁਰਬਾਣੀ। ਇੱਕ ਨਾਦੀ ਹੁੰਦੇ ਆ, ਨਾਦ ਗਾਉਂਦੇ ਆ, ਸ਼ਬਦੀ ਜਾਲ ਬੁਣਦੇ ਆ, ਜਿਵੇਂ ਮੇਰੇ ਵਰਗੇ ਬੜੇ ਬੜੀਆਂ ਗੱਲਾਂ ਗਿਆਨ ਦੀਆਂ ਕਰਨੀਆਂ। ਇੱਕ ਬੇਦੀ ਹੁੰਦੇ ਆ, ਬੇਦੀ ਜਿਹੜੇ ਵਿਖਿਆਨ ਕਰਦੇ ਆ, ਕਥਾ ਕਰਨੀ। ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਬੜੀਆਂ ਭਾਂਤੀਆਂ ਦੇ ਨਾਲ ਬੜੇ ਸੋਹਣੀਆਂ ਸੋਹਣੀਆਂ ਸੁਰਾਂ ਕੱਢਣੀਆਂ, ਬੜੇ ਰਾਗ ਲਾਪਣੇ, ਲੋਕ ਪ੍ਰਭਾਵਿਤ ਹੋ ਜਾਂਦੇ ਆ। ਬੜੀਆਂ ਚੰਗੀਆਂ ਗੱਲਾਂ ਕਰਨੀਆਂ, ਲੋਕ ਖੁਸ਼ ਹੋ ਜਾਂਦੇ ਆ। ਨਹੀਂ ਹਰ ਹਰ ਭੀਜੇ, ਕਹਿੰਦੇ ਦੇਖੋ ਕਿੱਡੀ ਗੱਲ ਕਹਿ ਰਹੇ ਆ। ਅੱਜ ਕਿਸੇ ਰਾਗੀ ਨੂੰ ਕਹਿ ਕੇ ਦਿਖਾਓ, ਲੋਕ ਗਾਲਾਂ ਕੱਢਣਗੇ, ਪਰ ਪਾਤਸ਼ਾਹ ਨੇ ਸੱਚ ਬੋਲਿਆ, ਕਿਉਂਕਿ ਉਹਨਾਂ ਨੂੰ ਉਹਨਾਂ ਦੀ ਕਰਨੀ ਦਾ ਪਤਾ ਸੀ। ਕਥਨੀ ਤੇ ਨਹੀਂ ਗਏ, ਉਹ ਕਹਿੰਦੇ ਕਥਨੀ ਠੀਕ ਹੈ, ਕਰਨੀ ਸ਼ੁੱਧ ਨਹੀਂ ਹੈ। ਕਰਨੀ ਵੀ ਸ਼ੁੱਧ ਕਰ, ਕਿਉਂਕਿ ਅੱਗੇ ਕਰਨੀ ਕੀਰਤ ਵਾਚੀ ਹੈ, ਅੱਗੇ ਤੇਰੀ ਕਰਨੀ ਬਾਚਣੀ ਹੈ। ਤਾਂ ਅਸੀਂ ਤੇਰੇ ਭਲੇ ਵਾਸਤੇ ਕਹਿੰਦੇ ਵੀ ਜੇ ਤੂੰ ਇੰਨਾ ਸੋਹਣਾ ਰਾਗ ਪੜ੍ਹਦਾ ਤਾਂ ਰਾਗ ਪੜ੍ਹ ਕੇ ਰਾਗ ਤੋਂ ਰਹਿਤ ਵੀ ਹੋ, ਅੰਦਰਲੀ ਭੁੱਖ ਛੱਡ। ਜਿਹੜੀ ਸ਼ਬਦ ਰਾਗ 'ਚ ਪੜ੍ਹ ਰਿਹਾ ਉਸ ਸ਼ਬਦ ਦੀ ਕਮਾਈ ਵੀ ਕਰ, ਕੱਲਾ ਸ਼ਬਦ ਹੀ ਨਾ ਪੜੀ ਚੱਲ। ਕੱਲੇ ਨਾਦ ਦੀ ਉਹ ਗੱਲ ਨਾ ਕਰੀ ਚੱਲ, ਅਸਲੀ ਨਾਦ ਬਾਰੇ ਵੀ ਜਾਣਨ ਦੀ ਗੱਲ। ਕੱਲੇ ਬੇਦੀ ਨਾ ਬਣੀ ਚੱਲ, ਵੇਦ ਦੀ ਉਹ ਗੱਲ ਨਾ ਕਰੀ ਚੱਲ, ਅਸਲ ਵੀ ਲੱਭ। ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿਹੜੇ ਰਾਮ ਹੈ ਸੱਚਖੰਡ ਵਾਲੇ, ਉਹ ਨਹੀਂ ਭੇਜਦੇ, ਉਹ ਨਹੀਂ ਖੁਸ਼ ਹੁੰਦੇ, ਕਿਉਂਕਿ ਉਹਨਾਂ ਦਾ ਸਾਰਾ ਪਤਾ ਹੀ ਹੈ। ਅਸੀਂ ਸੰਸਾਰੀ ਲੋਕ ਜ਼ਰੂਰ ਖੁਸ਼ ਹੋ ਜਾਂਦੇ ਹਾਂ, ਪਰ ਸੱਚਖੰਡ ਵਾਲੇ ਨਹੀਂ ਖੁਸ਼ ਹੁੰਦੇ। ਸੋ ਜਿਹੜੇ ਭਰਮ 'ਚ ਸੀ, ਜਿਹੜੇ ਭਰਮ 'ਚ ਪੈ ਕੇ ਬੋਲੇ, ਉਹਨਾਂ ਨੇ ਇਸ ਸੰਸਾਰ ਦੇ ਅੰਦਰ ਪਤਾ ਨਹੀਂ ਕੀ ਕੀ ਕੁਛ ਬਣਾਤਾ ਰੱਬ। ਤੇ ਪਰ ਸਾਡੇ ਵੀ ਅੱਜ ਸਿੱਖ ਮੱਤ ਦੇ ਅੰਦਰ ਵੀ ਜਿਹੜੇ ਗੁਰਬਾਣੀ ਦੇ ਅਨੁਯਾਈ ਨੇ, ਗੁਰਬਾਣੀ ਅਨੁਸਾਰ ਕਹਿੰਦੇ ਅਸੀਂ ਚੱਲਦੇ ਹਾਂ, ਉਹਨਾਂ ਨੇ ਵੀ ਬਾਹਰ ਬਹੁਤ ਕੁਛ ਬਣਾ ਲਿਆ। ਬਸ ਨਾਂ ਚੇਂਜ ਕਰਤੇ। ਨਫ਼ਰਤ ਭਰੀਆਂ ਗੱਲਾਂ ਪੰਡਤ ਲਈ ਵਿਖਿਆਨ ਕਰਤੀਆਂ, ਨਫ਼ਰਤ ਭਰੀਆਂ ਗੱਲਾਂ ਇਸਲਾਮ ਲਈ ਕਰਤੀਆਂ, ਨਫ਼ਰਤ ਭਰੀਆਂ ਗੱਲਾਂ ਕਾਜੀ ਮੁੱਲਾਂ ਲਈ ਕਰਤੀਆਂ। ਉਹਨਾਂ ਨਾਲੋਂ ਹਟ ਕੇ ਕੰਮ ਆਪ ਵੀ ਉਹੀ ਕਰਨ ਲੱਗ ਗਏ। ਸਿਰਫ ਸ਼ਬਦ ਬਦਲ ਲਏ, ਹੋਰ ਕੁਛ ਨਹੀਂ ਬਦਲਿਆ। ਗੁਰਬਾਣੀ ਨੇ ਕਾਜੀ ਨੂੰ ਮਾੜਾ ਨਹੀਂ ਕਿਹਾ, ਕਾਜੀ ਨੂੰ ਸ਼ੁੱਧ ਕਰਨ ਵਾਸਤੇ ਕਿਹਾ। ਮੁਸਲਮਾਨ ਨੂੰ ਮਾੜਾ ਨਹੀਂ ਕਿਹਾ, ਉਹਨੂੰ ਸ਼ੁੱਧ ਕਰਨ ਵਾਸਤੇ। ਉਹਨੂੰ ਦੱਸਿਆ ਵੀ ਅਸਲ ਮੁਸਲਮਾਨ ਆ ਹੁੰਦਾ, ਤੂੰ ਮੁਸਲਮਾਨ ਕਹਾ ਰਿਹਾ ਹੈ ਨਹੀਂ, ਤੂੰ ਪੰਡਿਤ ਕਹਾ ਰਿਹਾ ਹੈ ਨਹੀਂ, ਤੂੰ ਬ੍ਰਾਹਮਣ ਕਹਾ ਰਿਹਾ ਹੈ ਨਹੀਂ, ਤੂੰ ਜੋਗੀ ਕਹਾ ਰਿਹਾ ਹੈ ਨਹੀਂ, ਤੁਸੀਂ ਸੰਤ ਕਹਾ ਰਹੇ ਹੋ, ਸੰਤ ਤੁਸੀਂ ਹੈ ਨਹੀਂ। ਸੰਤ ਬਣਨਾ ਜ਼ਰੂਰ ਹੈ, ਪਰ ਸੰਤ ਤੁਸੀਂ ਹੈ ਨਹੀਂ, ਕਹਾ ਰਹੇ ਹੋ। ਕੀ ਇਹ ਵਿਰੋਧ ਕੀਤਾ? ਸੱਚਾਈ ਦੱਸੀ ਹੈ ਕਿ ਅਸਲ ਭਾਈ ਆਹ ਚੀਜ਼ ਹੈ, ਇੱਧਰ ਨੂੰ ਚੱਲੋ, ਹਰ ਕੇ ਸੰਤ ਬਣੋ, ਕੱਲੇ ਸੰਤ ਨਾ ਬਣੋ। ਸੋ ਪੰਡਤ ਜੋ ਮਨ ਪ੍ਰਬੋਧ ਹੈ, ਆਤਮ ਰਾਮ ਨਾਮ ਸੁਧ। ਜਿਹੜਾ ਮਨ ਦੇ ਉੱਪਰ ਪ੍ਰਬੋਧ ਕਰੇ ਉਹ ਪੰਡਤ ਹੈ। ਫਿਰ ਤਾਂ ਪੰਜਵੇਂ ਪਾਤਸ਼ਾਹ ਆਪ ਹੀ ਪੰਡਤ ਸੀ, ਕਿਉਂਕਿ ਉਹਦਾ ਮਨ ਦੇ ਉੱਪਰ ਪ੍ਰਬੋਧ ਸੀਗਾ, ਮਨ ਦੇ ਉੱਪਰ ਹੁਕਮ ਨਹੀਂ ਸੀ ਚੱਲਦਾ ਉਹਨਾਂ ਦੇ। ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰ ਹੈ, ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਉਹ ਬ੍ਰਾਹਮਣ ਹੈ। ਕੀ ਪੰਜਵੇਂ ਪਾਤਸ਼ਾਹ, ਕੀ ਗੁਰੂ ਨਾਨਕ ਸਾਹਿਬ ਬ੍ਰਾਹਮਣ ਦੀ ਵਿਚਾਰ ਨਹੀਂ ਸੀ ਕਰਦੇ? ਮੁਸਲਮਾਨ ਕਹਾਵਣ ਮੁਸ਼ਕਲ ਜੇ ਕੋ ਮੁਸਲਮਾਨ ਕਹਾਏ, ਕਹਿੰਦੇ ਉਹ ਤਾਂ ਬਹੁਤ ਔਖਾ ਹੈ। ਮੁਸਲਮਾਨ ਜੇ ਹੋਵੇ ਮੋਮ ਦਿਲ, ਉਹ ਤਾਂ ਮੋਮ ਦਿਲ ਹੁੰਦਾ, ਨਰਮ ਦਿਲ ਹੁੰਦਾ, ਉਹਦੇ ਅੰਦਰ ਦਾ ਸਭ ਦਾ ਭਲਾ ਹੁੰਦਾ। ਸਤਿਗੁਰ ਸਭਨਾਂ ਦਾ ਭਲਾ ਮਨਾਇਂਦਾ, ਤਿਸ ਦਾ ਬੁਰਾ ਕਿਉਂ ਹੋਏ। ਕੀ ਪਾਤਸ਼ਾਹੀਆਂ ਦੇ ਅੰਦਰ ਸਭ ਦਾ ਭਲਾ ਨਹੀਂ ਸੀ? ਇਹ ਸੀ ਅਸਲ। ਅੱਜ ਹੈ ਸਾਰਾ ਕੁਛ ਨਕਲ। ਇਹ ਨਕਲ ਦੇ ਧਰਮ ਨੇ। ਪਾਤਸ਼ਾਹੀਆਂ ਦੇ ਕੋਲ, ਭਗਤ ਸਾਹਿਬਾਨਾਂ ਕੋਲ ਅਸਲ ਧਰਮ ਸੀ, ਕਿਉਂਕਿ ਉਹਨਾਂ ਦੇ ਹਿਰਦੇ 'ਚ ਸੱਚ ਸੀ। ਉਹਨਾਂ ਨੇ ਸੱਚ ਨੂੰ ਵਿਖਿਆਨ ਕੀਤਾ। ਸੋ ਜੇ ਗੁਰਮਤਿ ਦਾ ਸਹੀ ਪ੍ਰਚਾਰ ਹੁੰਦਾ ਪਿੱਛੇ, ਜਾਂ ਹੁਣ ਵੀ ਹੋਣ ਲੱਗ ਜਾਵੇ, ਤਾਂ ਜਿਹੜੇ ਸੰਸਾਰੀ ਧਾਰਮਿਕ ਗੁਰੂ ਬਣੇ ਹੋਏ ਨੇ, ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ।
ਜਿੰਨਾ ਚਿਰ ਅਸੀਂ ਉਹਨਾਂ ਦੇ ਅੱਗੇ ਸਵਾਲ ਨਹੀਂ ਕਰਦੇ, ਉਹਨਾਂ ਨੂੰ ਬੈਠ ਕੇ ਪੁੱਛਦੇ ਨਹੀਂ ਵੀ ਤੁਸੀਂ ਕਰੋ ਜੀ ਕਥਾ, ਅਸੀਂ ਬਹਿਨੇ ਇੱਥੇ, ਸਾਨੂੰ ਇਹਦਾ ਜਵਾਬ ਦਿਓ। ਪਰ ਜਿੰਨਾ ਚਿਰ ਇਹ ਚੀਜ਼ ਚੱਲਦੀ ਰਹੂ ਵੀ ਇੱਕ ਬੰਦਾ ਕਥਾ ਕਰਦਾ 100 ਬੰਦਾ ਬੈਠ ਕੇ ਸੁਣੀ ਜਾਂਦਾ, ਉਹਨਾਂ ਚਿਰ ਕੋਈ ਫੈਸਲਾ ਨਹੀਂ ਹੋਣਾ। ਜਿੱਦਣ ਅਸੀਂ ਪੁੱਛਣ ਲੱਗ ਗਏ ਬੈਠ ਕੇ ਸੰਗਤ 'ਚ ਵੀ ਤੁਸੀਂ ਬੈਠੋ ਜੀ, ਤੁਹਾਨੂੰ ਸੰਸਾਰੀ ਕਿਸੇ ਚੀਜ਼ ਦੀ ਵੀ ਲੋੜ ਆ, ਅਸੀਂ ਦੇਵਾਂਗੇ। ਤੁਹਾਨੂੰ ਪੈਸਾ ਚਾਹੀਦਾ, ਤੁਹਾਨੂੰ ਘਰ ਚਾਹੀਦਾ, ਤੁਹਾਨੂੰ ਗੱਡੀ ਚਾਹੀਦੀ ਹੈ, ਅਸੀਂ ਲੈ ਕੇ ਦੇਵਾਂਗੇ, ਕੋਈ ਫਿਕਰ ਨਹੀਂ ਕਰਨਾ, ਤੁਸੀਂ ਮੈਨੂੰ ਬ੍ਰਹਮ ਦੀ ਜਾਣਕਾਰੀ ਕਰਾਓ। ਆਹ ਗੁਰਬਾਣੀ ਸ਼ਬਦ ਹੈ, ਇਹਨਾਂ ਦੀ ਵਿਆਖਿਆ ਕਰੋ, ਇਹਨਾਂ ਅਨੁਸਾਰ ਸਾਨੂੰ ਦੱਸੋ ਅਸੀਂ ਕੀ ਕਰੀਏ। ਅੱਧੇ ਹਟ ਜਾਣਗੇ। ਵਿਸਾਖੀ ਨਹੀਂ ਕੋਈ ਸੁਣਨੀ ਅਸੀਂ, ਸਿਰਫ ਗੁਰਬਾਣੀ ਜਿਹੜੀ ਸੱਚੀ ਸਾਖੀ ਹੈ ਇਹਦੀ ਵਿਆਖਿਆ ਕਰੋ। ਸੰਤਨ ਕੀ ਸੁਣ ਸਾਚੀ ਸਾਖੀ, ਜੋ ਪੇਖੈ ਸੋ ਆਖੀ। ਸਾਨੂੰ ਉਹ ਦੱਸੋ ਕਿ ਹੁਣ ਸਾਡੇ ਅੰਦਰ ਮਨੋਬਿਰਤੀ ਕੀ ਚੱਲਦੀ ਹੈ, ਅਸੀਂ ਕੀ ਕਰੀਏ ਇਸ ਮਨੋਬਿਰਤੀ ਨੂੰ ਸ਼ੁੱਧ ਕਰਨ ਵਾਸਤੇ। ਇਹ ਹੈ ਵਿਚਾਰ ਗੋਸ਼ਟੀ। ਉਹ ਸਾਨੂੰ ਪੁੱਛਣ ਵੀ ਤੁਸੀਂ ਇੰਨਾ ਚਿਰ ਦੇ ਗੁਰਬਾਣੀ ਪੜ੍ਹਦੇ ਹੋ ਭਾਈ, ਤੁਹਾਡੇ ਤੇ ਕੀ ਅਸਰ ਹੋਇਆ। ਜੇ ਨਹੀਂ ਅਸਰ ਹੋ ਰਿਹਾ ਸਾਨੂੰ ਦੱਸੋ, ਆਪਾਂ ਬੈਠ ਕੇ ਵਿਚਾਰ ਕਰਦੇ ਹਾਂ ਕਿਉਂ ਨਹੀਂ ਹੋ ਰਿਹਾ, ਰਿਜ਼ਲਟ ਕਿਉਂ ਨਹੀਂ ਆ ਰਿਹਾ। ਇੱਕ ਬੱਚਾ ਸਕੂਲ 'ਚ ਪੜ੍ਹਦਾ ਹੈ, ਸਾਰਾ ਸਾਲ ਸਕੂਲ 'ਚ ਪੜ੍ਹਦਾ ਹੈ, ਉਹ ਫੇਲ ਹੋ ਜਾਂਦਾ, ਕੀ ਮਾਂ-ਬਾਪ ਨੂੰ ਫਿਕਰ ਨਹੀਂ ਹੁੰਦਾ ਵੀ ਅਸੀਂ ਇੰਨੀ ਮਿਹਨਤ ਕਰਕੇ 4 ਪੈਸੇ ਇਕੱਠੇ ਕਰਕੇ ਤੈਨੂੰ ਪੜ੍ਹਾਇਆ, ਪਰ ਤੂੰ ਫੇਲ ਹੋ ਗਿਆ, ਫਿਰ ਤੂੰ ਕਿੱਥੇ ਰਿਹਾ। ਉਸ ਬੱਚੇ ਦਾ ਕਿੰਨਾ ਫਿਕਰ ਹੈ, ਹੇ ਮੇਰੇ ਮਨਾ, ਤੈਨੂੰ ਸਾਰੀ ਜ਼ਿੰਦਗੀ ਲੰਘੀ ਪਾਠ ਭਜਨ ਕਰਦੇ ਨੂੰ, ਤੂੰ ਕਦੇ ਆਪਣੇ ਆਪ ਨੂੰ ਵਿਚਾਰਿਆ ਕਿ ਤੇਰੇ ਅੰਦਰੋਂ ਕਾਮ ਕਿਉਂ ਨਹੀਂ ਜਾ ਰਿਹਾ, ਲੋਭ ਕਿਉਂ ਨਹੀਂ ਜਾ ਰਿਹਾ, ਮੋਹ ਕਿਉਂ ਨਹੀਂ ਜਾ ਰਿਹਾ, ਝੂਠ ਕਿਉਂ ਨਹੀਂ ਜਾ ਰਿਹਾ, ਨਿੰਦਿਆ ਕਿਉਂ ਨਹੀਂ ਜਾ ਰਹੀ, ਈਰਖਾ ਕਿਉਂ ਨਹੀਂ ਜਾ ਰਹੀ, ਪਰਾਇਆ ਸੋਚਣਾ, ਪਰਾਇਆ ਬਾਰੇ ਇਕੱਠਾ ਕਰਨਾ ਕਿਉਂ ਨਹੀਂ ਜਾ ਰਿਹਾ। ਤੂੰ ਵੀ ਤਾਂ ਗੁਰਬਾਣੀ ਪੜ੍ਹਦਾ ਹੀ ਹੈ, ਤੂੰ ਵੀ ਤਾਂ ਕਿਸੇ ਸਕੂਲ 'ਚ ਪੜ੍ਹਦਾ ਹੀ ਹੈ, ਰਿਜ਼ਲਟ ਤੇਰਾ ਕੀ ਆ ਰਿਹਾ, 0। ਸੋ ਜੀਵਨ ਅਸਫਲ ਹੈ ਮਨਾ, ਇਹ ਤੂੰ ਆਪਣੇ ਆਪ ਨੂੰ ਮੰਨੀ ਚੱਲ। ਪਰ ਜਦੋਂ ਇਸ ਤਰ੍ਹਾਂ ਦਾ ਕੋਈ ਵਿਖਿਆਨ ਕਰਦਾ, ਫਿਰ ਜਿਹੜੇ ਸੰਸਾਰੀ ਆ ਭਾਈ, ਉਹਨਾਂ ਨੂੰ ਤਕਲੀਫ ਤਾਂ ਹੁੰਦੀ ਹੈ। ਹਾਲਾਂਕਿ ਕਹਿੰਦੇ ਤਾਂ ਸਾਡਾ ਸਾਰਾ ਕੁਝ ਹੀ ਰੋਕ ਦੂਗਾ। ਫਿਰ ਉਹ ਇਹਨਾਂ ਨੂੰ ਸਰੀਰ ਦਿਸਦਾ ਹੁੰਦਾ, ਸਰੀਰ ਤੇ ਉਹ ਅਟੈਕ ਕਰਦੇ, ਜਿਵੇਂ ਪਾਤਸ਼ਾਹੀਆਂ ਤੇ ਹੋਇਆ, ਭਗਤ ਸਾਹਿਬਾਨਾਂ ਤੇ ਹੋਇਆ, ਬੇਅੰਤ ਗੁਰਸਿੱਖਾਂ ਤੇ ਹੋਇਆ, ਮੁੱਲ ਪਾ ਦਿੰਦੇ ਆ। ਫਿਰ ਉਹਨਾਂ ਨੂੰ ਸਜ਼ਾਵਾਂ ਸੰਸਾਰ ਦੇ ਵਿੱਚ ਇਹੋ ਜਿਹੀਆਂ ਦਿੱਤੀਆਂ ਜਾਂਦੀਆਂ ਨੇ ਕਿ ਕੋਈ ਹੋਰ ਇਸ ਤਰ੍ਹਾਂ ਦਾ ਬੋਲਣ ਦੇ ਲਈ ਅੱਗੇ ਨਾ ਆਵੇ। ਜਿਵੇਂ ਭਾਈ ਮਨੀ ਸਿੰਘ ਜੀ ਦਾ ਬੰਦ ਕੱਢ ਦਿਓ, ਪੁੱਠੀਆਂ ਖੱਲਾਂ ਲਾ ਦੇਣੀਆਂ, ਭਾਈ ਤਾਰੂ ਸਿੰਘ ਦੀ ਖੋਪਰੀ ਲਾ ਦੇਣੀ। ਕੀ ਸੀ, ਸਿਰਫ ਉਹਨਾਂ ਨੇ ਸੱਚ ਹੀ ਕਿਹਾ ਸੀ, ਭਾਈ ਆਪਣੇ ਅੰਦਰ ਝਾਤੀ ਮਾਰੋ, ਕਿਸ ਦਾ ਬੁਰਾ ਨਾ ਕਰੋ, ਧਰਮ ਦੇ ਨਾਂ ਤੇ ਠੱਗੀ ਨਾ ਮਾਰੋ। ਤੁਹਾਨੂੰ ਕੋਈ ਲੋੜ ਹੈ ਸੰਸਾਰੀ, ਤੁਸੀਂ ਅਗਲੇ ਨੂੰ ਸਿੱਧਾ ਜਾ ਕੇ ਕਹੋ ਵੀ ਭਾਈ ਮੈਨੂੰ ਆਹ ਚੀਜ਼ ਦੀ ਲੋੜ ਹੈ। ਪਰ ਧਰਮ ਦੇ ਨਾਂ ਤੇ ਚੀਜ਼ ਲੈ ਕੇ ਆਪਣੇ ਲਈ ਸੁੱਖ ਲਈ ਵਰਤਣੀ ਸਭ ਤੋਂ ਵੱਡਾ ਗੁਨਾਹ ਹੈ।